श्री वाहिगुरु साहिब जी। श्री नानक पाद पंकज बंदन पाद पंकज बंदना सिमरो दुख निकंदना अमरदास गुर हृदय त्यागो हृदय त्यागो रामदास गुण गावो श्री अर्जुन विघ्नन के नाशक विघ्नन के नाशक हरगोविंद शुभ समत प्रकाशक श्री हर राय नमो कर जोरी नमो कर जोरी गौर हर कृष्ण मनाए बिहोरी तेग बहादुर परम कृपाला परम कृपाला श्री गुरु गोबिंद सिंह विशाला तारा पार पुन पुन सीसा पुन पुन सीसा पार पार जगदीसा जिसमह अमृत ज्ञान है मानत भगत वैराग गुरु ग्रंथ साहिब ओतद बंदा पर अनुराग आए प्रभ शरणागति कृपा नित दयाल एक अखर हर मन बसत नानक होत निहाल एक अखर हर मन बसत नानक होत निहाल पतत पावन पतत वैश्वल कृपा निधान रहता दे सागर मेरी पीढ़ी ਦੇ ਨਾਨਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰ ਇਤਿਹਾਸ ਦੀਆਂ ਲੜੀਵਾਰ ਕਥਾ ਵਿਚਾਰਾਂ ਪਿਛਲੇ ਸਮੇਂ ਤੋਂ ਵਿਚਾਰ ਰਹੇ ਹਾਂ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਬਾतें ਦੁਹਰਾਈਏ, ਕੋਈ ਵੀ ਰਸਨਾ ਬਾਂਝੀ ਨਾ ਰਹੇ। ਝੁਕਾਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਸੀਸ ਲਵਾਈਏ ਹਾਜ਼ਰੀਆਂ ਸਾਰੇ ਭਾਈ ਭਾਈ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਕੌਤਕ ਵਿਚਾਰ ਰਹੇ ਹਾਂ। ਜਿਸ ਸਮੇਂ ਮਹਾਰਾਜ ਰਿਸ਼ੀਆਂ ਮੁਨੀਆਂ ਤਾਈਂ ਉਪਦੇਸ਼ ਦੇ ਕਰਕੇ ਗੁਰਮਤਿ ਦ੍ਰਿੜ ਕਰਵਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਗੇ ਚੱਲੇ ਨੇ। ਨਾਲ ਭਾਈ ਬਾਲਾ ਔਰ ਮਰਦਾਨਾ ਹੈ। ਇੱਕ ਬੜੇ ਸੁਹਾਵਣੇ ਜੰਗਲ ਵਿੱਚ ਆਕਾ
ਕਰਕੇ ਮਹਾਰਾਜ ਵਿਰਾਜੇ ਨੇ, ਜਿੱਥੇ ਸ਼ੇਰਾਂ ਦਾ ਇੱਕ ਵੱਡਾ ਝੁੰਡ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਭਾਈ ਮਰਦਾਨੇ ਤਾਈਂ ਆਖਿਆ ਹੈ ਕਿ ਭਾਈ ਮਰਦਾਨਾ ਜੀ ਰਬਾਬ ਛੇੜੋ, ਰਬਾਬ ਨੂੰ ਵਜਾਉਣਾ ਕਰੋ, ਪਰਮੇਸ਼ਰ ਦਾ ਸਿਮਰਨ ਕਰੀਏ। ਇਸੇ ਪ੍ਰਕਾਰ ਭਾਈ ਮਰਦਾਨਾ ਜੀਆਂ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਹੈ। ਗੁਰੂ ਨਾਨਕ ਦੇਵ ਜੀਆਂ ਨੇ ਉੱਚੀਆਂ ਸੁਰਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਗੁਰਬਾਣੀ ਦਾ ਗਾਇਨ ਕੀਤਾ ਹੈ। ਜਦੋਂ ਐਸੀ ਮਿੱਠੀ ਪਵਿੱਤਰ ਆਵਾਜ਼ ਉਹਨਾਂ ਸ਼ੇਰਾਂ ਦੇ ਕੰਨਾਂ ਦੇ ਵਿੱਚ ਪਾਈ ਹੈ ਤੇ ਜਾਨੋ ਆਪਣਾ ਸ਼ਿਕਾਰ ਕਰਨਾ ਭੁੱਲ ਗਏ ਹੋ। ਮਾਨੋ ਕਿ ਆਪਣਾ ਜਿਹੜਾ ਗੁੱਸੇ ਵਾਲਾ ਤਾਮਸੀ ਜਿਹੜਾ ਸੁਭਾਅ ਹੈ ਉਹ ਸਾਰਾ ਹੀ ਤਿਆਗ ਦਿੱਤਾ ਹੋਵੇ। ਜਿੱਥੇ ਮਹਾਰਾਜ ਬੈਠ ਕਰਕੇ ਪਰਮੇਸ਼ਰ ਦੀ ਗੁਰਬਾਣੀ ਦਾ ਗਾਇਨ ਕਰ ਰਹੇ ਸਨ, ਸਾਰਾ ਹੀ ਸ਼ੇਰਾਂ ਦਾ ਝੁੰਡ ਸਤਿਗੁਰਾਂ ਦੇ ਆਸੇ ਪਾਸੇ ਆ ਕਰਕੇ ਵਿਰਾਜਿਆ ਹੈ, ਬੈਠਾ ਹੈ। ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਨੇਤਰ ਖੋਲ੍ਹੇ ਨੇ ਤੇ ਸ਼ੇਰਾਂ ਤਾਈਂ ਆਵਾਜ਼ ਮਾਰ ਕੇ ਕਿਹਾ ਹੈ ਕਿ ਤੁਸੀਂ ਕੌਣ ਹੋ, ਕਿੱਥੋਂ ਚੱਲ ਆਏ ਹੋ। ਇਸ ਪ੍ਰਕਾਰ ਸਤਿਗੁਰਾਂ ਨੇ ਜਿੱਥੇ ਉਹਨਾਂ ਨੂੰ ਸਵਾਲ ਕੀਤਾ ਹੈ ਤੇ ਨਾਲ ਨਾਲ ਉਹਨਾਂ ਨੂੰ ਬੋਲਣ ਦੀ ਸ਼ਕਤੀ ਵੀ ਬਖਸ਼ੀ ਹੈ। ਕੁਝ ਸ਼ੇਰ ਵਿੱਚੋਂ ਬੋਲੇ ਨੇ ਕਿ ਮਹਾਰਾਜ ਜਿਹੜੀ ਸਾਡੀ ਇਹ ਤਾਮਸੀ ਗੁੱਸੇ ਵਾਲੀ ਜੂਨ ਹੈ, ਅਸੀਂ ਪੂਰਬਲੇ ਜਨਮਾਂ ਵਿੱਚ ਬੜੇ ਭਾਰੀ ਪਾਪ ਕੀਤੇ ਸਨ ਜੋ ਸਾਨੂੰ ਇਹ ਜੂਨ ਪ੍ਰਾਪਤ ਹੋਈ ਹੈ ਤੇ ਹੁਣ ਅਸੀਂ ਤੁਹਾਡੀ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਤੇ ਸਾਨੂੰ ਇਹ ਯਕੀਨ ਹੈ ਕਿ ਸਾਡੀ ਇਹ ਜਿਹੜੀ ਜੂਨ ਹੈ ਇਹ ਕੱਟੀ ਜਾਵੇਗੀ। ਸਤਿਗੁਰੂ ਜੀ ਪੁੱਛਣ ਲੱਗੇ ਕਿ ਇਸ ਜੰਗਲ ਵਿੱਚ ਕੋਈ ਪਸ਼ੂ ਪੰਛੀ ਨਜ਼ਰ ਨਹੀਂ ਆਉਂਦਾ, ਫਿਰ ਤੁਹਾਡਾ ਪੇਟ ਕਿਵੇਂ ਭਰਦਾ ਹੈ, ਗੁਜ਼ਾਰਾ ਕਿਵੇਂ ਹੁੰਦਾ ਹੈ। ਕਹਿਣ ਲੱਗੇ ਮਹਾਰਾਜ ਸਾਡਾ ਝੁੰਡ ਬੜਾ ਵੱਡਾ ਹੈ ਤੇ ਅਸੀਂ ਜੰਗਲ ਵਿੱਚੋਂ ਜਿੰਨੇ ਵੀ ਜਾਨਵਰ ਪਸ਼ੂ ਸਨ ਸਾਰੇ ਹੀ ਖਾ ਕਰਕੇ ਮੁਕਾ ਦਿੱਤੇ ਨੇ। ਹੁਣ ਤਾਂ ਸਾਡੀ ਐਸੀ ਹਾਲਤ ਹੋਈ ਹੈ ਕਿ ਜਦੋਂ ਕੋਈ ਸਾਡੇ ਵਿੱਚੋਂ ਹੀ ਸ਼ੇਰ ਸੌਂਦਾ ਹੈ, ਆਲਸ ਕਰਦਾ ਹੈ, ਅਸੀਂ ਉਹਦੇ ਉੱਪਰ ਹਮਲਾ ਕਰ ਦਿੰਦੇ ਹਾਂ, ਆਪਣੇ ਸਾਥੀ ਨੂੰ ਹੀ ਖਾ ਕਰਕੇ ਆਪਣਾ ਢਿੱਡ ਭਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀਆਂ ਬੇਨਤੀਆਂ ਸੁਣੀਆਂ ਤੇ ਬਚਨ ਕੀਤੇ ਕਿ ਇਸ ਪ੍ਰਕਾਰ ਤੁਹਾਨੂੰ ਇਹ ਜੀਵਨ ਤਿਆਗ ਕਰਕੇ ਮਨੁੱਖਾ ਜੀਵਨ ਪ੍ਰਾਪਤ ਹੋਵੇਗਾ ਤੇ ਉਸ ਜੀਵਨ ਅੰਦਰ ਤੁਸੀਂ ਗੁਰਸਿੱਖੀ ਕਮਾਵੋਗੇ, ਫਿਰ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ ਤੇ ਇਹ ਜਿਹੜੀ ਸ਼ੇਰ ਦੀ ਜੂਨ ਹੈ ਇਹ ਤੋਂ ਕਿਹੜਾ ਛੁੱਟ ਜਾਵੇਗਾ। ਏਦਾਂ ਸਤਿਗੁਰੂ ਜੀ ਬਚਨ ਵਿਲਾਸ ਕਰਕੇ ਮਹਾਰਾਜ ਅੱਗੇ ਇੱਕ ਹੋਰ ਨਗਰ ਵੱਲ ਚੱਲੇ ਨੇ, ਕਿਉਂਕਿ ਭਾਈ ਮਰਦਾਨਾ ਜੀਆਂ ਨੇ ਬੇਨਤੀ ਕੀਤੀ ਹੈ ਮਹਾਰਾਜ ਮੈਨੂੰ ਜਿਹੜੇ ਨਾਮ ਖੰਡ ਹਨ ਉਹਨਾਂ ਦੇ ਦਰਸ਼ਨ ਕਰਵਾਓ। ਇਸ ਪ੍ਰਕਾਰ ਭਾਈ ਮਰਦਾਨੇ ਦੀ ਇੱਛਾ ਪੂਰਨ ਕਰਨ ਵਾਸਤੇ ਮਹਾਰਾਜ ਬਾਰ-ਬਾਰ ਨਗਰਾਂ ਦੇ ਵਿੱਚ ਜਾਂਦੇ ਨੇ। ਹੁਣ ਵੀ ਇੱਕ ਨਗਰ ਦੇ ਬਾਹਰ ਆ ਕੇ ਵਿਰਾਜੇ ਹੋਏ ਨੇ। ਜਦੋਂ ਉਸ ਨਗਰ ਦੇ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਪਾਤਸ਼ਾਹ ਜੀ ਬਾਹਰ ਆਏ ਨੇ, ਸਾਰੇ ਹੀ ਨਗਰ ਦੇ ਲੋਕ ਦਰਸ਼ਨ ਕਰਨ ਪਹੁੰਚੇ ਨੇ। ਇੱਥੋਂ ਤੱਕ ਪਿਛਲੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਗੁਰ ਇਤਿਹਾਸ ਆਉਂਦਾ ਹੈ, ਪੂਰਵ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕਹਿਣ ਲੱਗੇ ਤੁਮ ਕਿਨ ਬਿਦ ਆਏ। ਨਗਰ ਦੇ ਲੋਕ ਬੜਾ ਹੈਰਾਨ ਹੋ ਕਰਕੇ ਸਤਿਗੁਰਾਂ ਨੂੰ ਪੁੱਛਦੇ ਨੇ ਕਿ ਮਹਾਰਾਜ ਐਸਾ ਕਠਿਨ ਰਸਤਾ ਤੁਸੀਂ ਕਿਵੇਂ ਲੰਘ ਆਏ ਹੋ। ਕਿਹੂੰ ਸਿੰਘ ਨਾ ਕਾਗ ਮਹਿ ਖਾਏ। ਤੇ ਰਸਤੇ ਦੇ ਵਿੱਚ ਸ਼ੇਰਾਂ ਨੇ ਤੁਹਾਨੂੰ ਖਾਧਾ ਨਹੀਂ, ਤੁਹਾਡੇ ਤੇ ਹਮਲਾ ਨਹੀਂ ਕੀਤਾ। ਸੋ ਜੋਜਨ ਲੋ ਪਾਸ ਨਰ ਆਪੋ। ਇਸ ਪ੍ਰਕਾਰ 100 ਯੋਜਨ ਤੋਂ ਲੈ ਕਰਕੇ ਇਸ ਪ੍ਰਕਾਰ ਜਿਹੜੇ ਸਾਡੇ ਨਗਰ ਦੇ ਪਸ਼ੂ ਸਨ ਛੋਟਿਓ ਕੱਚ ਨਾ ਖਾਏਗੇ ਸੋ।
ਇਹਨਾਂ ਸ਼ੇਰਾਂ ਨੇ ਸਾਡੇ ਨਗਰ ਦੇ ਜਿਹੜੇ ਪਾਲਤੂ ਪਸ਼ੂ ਸਨ ਉਹ ਵੀ ਨਹੀਂ ਛੱਡੇ, ਸਾਰੇ ਹੀ ਹਮਲਾ ਕਰਕੇ ਖਾ ਗਏ ਨੇ। ਹਮਨੇ ਨਗਰ ਪਾਏ ਗਿਰ ਉੱਪਰ, ਇਸ ਲਈ ਮਹਾਰਾਜ ਅਸੀਂ ਆਪਣਾ ਨਗਰ ਪਹਾੜ ਦੇ ਉੱਪਰ ਪਾਇਆ ਹੈ, ਭਾਵ ਪਹਾੜ ਦੇ ਉੱਪਰ ਆਪਣਾ ਰਹਿਣ ਵਸੇਰਾ ਕੀਤਾ ਹੈ। ਰਹਿਤ ਸੁਜੋਗ ਹਮੇ ਤੂਪਨ ਕੋ ਘਰ, ਤੇ ਮਹਾਰਾਜ ਉੱਚੇ ਪਹਾੜ ਉੱਪਰ ਸਾਡਾ ਟਿਕਾਣਾ ਹੈ, ਇੱਥੇ ਵੀ ਅਸੀਂ ਤੋਪਾਂ ਦਾ ਗੋਲੀਆਂ ਦਾ ਸਹਾਰਾ ਲੈਂਦੇ ਹਾਂ। ਜਬ ਆਵਤੇ ਛੁੱਟੇ ਇੱਕ ਬਾਰੇ, ਮਹਾਰਾਜ ਜਦੋਂ ਵੀ ਸ਼ੇਰ ਸਾਡੇ ਨਗਰ ਵੱਲ ਆਉਂਦੇ ਨੇ ਤੇ ਅਸੀਂ ਉੱਚੇ ਪਹਾੜ ਤੋਂ ਇਸ ਪ੍ਰਕਾਰ ਤੋਪ ਦਾ ਗੋਲਾ ਛੱਡਦੇ ਹਾਂ। ਦਿਲ ਕੋ ਮੋਰਹੇ ਗੋਲਨ ਮਾਰੇ, ਤੇ ਤੋਪਾਂ ਦੇ ਗੋਲੇ ਮਾਰ ਮਾਰ ਕੇ ਇਹਨਾਂ ਨੂੰ ਪਿੱਛੇ ਮੋੜਦੇ ਹਾਂ ਜੀ। ਗੁਰੂ ਕਹੈ ਹਮ ਕੀ ਨਿਰਵਾਸਾ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਦੇ ਲੋਕਾਂ ਨੂੰ ਕਹਿੰਦੇ, ਭਾਈ ਅਸੀਂ ਉਹਨਾਂ ਸ਼ੇਰਾਂ ਦੇ ਕੋਲ ਦੀ ਆਏ ਹਾਂ। ਸੋ ਹਿੰਸਾ ਤੇ ਭਾਈ ਨਿਰਾਸਾ, ਉਹ ਆਪਣਾ ਗੁੱਸੇ ਵਾਲਾ ਜਿਹੜਾ ਤਾਮਸੀ ਸੁਭਾਅ ਹੈ ਉਹ ਛੱਡ ਚੁੱਕੇ ਨੇ। ਹਮ ਸਭ ਜੀ ਕੋ ਸਿੱਖ ਕਰ ਆਏ, ਅਸੀਂ ਉਹਨਾਂ ਸਾਰਿਆਂ ਨੂੰ ਸਿੱਖਿਆ ਦੇ ਕਰਕੇ ਆਪਣੇ ਸਿੱਖ ਬਣਾ ਕੇ ਆਏ ਹਾਂ। ਕਿਤਨ ਕਾਲ ਮਹਿ ਸਭ ਮਰ ਜਾਏ, ਬਸ ਉਹਨੂੰ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਸਾਰਿਆਂ ਦੀ ਮੌਤ ਹੋਵੇਗੀ। ਪੁਰ ਕੇ ਨਰ ਸੁਨਕਰ ਨਿਵਗਾਥਾ, ਤੇ ਜਿਹੜੇ ਨਗਰ ਦੇ ਲੋਕ ਸਨ ਇਸ ਪ੍ਰਕਾਰ ਸਤਿਗੁਰਾਂ ਦੇ ਮੁਖੋਂ ਸ਼ੇਰਾਂ ਦਾ ਸਾਰਾ ਪ੍ਰਸੰਗ ਸੁਣ ਕਰਕੇ ਪੁਰ ਕੇ ਚਰਨ ਧਰੈ ਨਿਜ ਮਾਥਾ, ਗੁਰੂ ਦੇ ਚਰਨਾਂ ਉੱਪਰ ਸਾਰਿਆਂ ਨੇ ਮੱਥਾ ਟੇਕਿਆ ਹੈ। ਕਹੈ ਸੋ ਦਿਲ ਕੋ ਦੁਖ ਸੋ ਭਾਰੀ, ਕਹਿਣ ਲੱਗੇ ਮਹਾਰਾਜ ਕੀ ਦਸੀਏ, ਇਹਨਾਂ ਸ਼ੇਰਾਂ ਦਾ ਸਾਨੂੰ ਬੜਾ ਭਾਰੀ ਦੁੱਖ ਸੀ। ਸੋ ਰਾਵਰ ਕੀਨੋ ਨਿਰਵਾਰੀ, ਪਰ ਸਤਿਗੁਰੂ ਜੀ ਆਪ ਜੀਆਂ ਨੇ ਕਿਰਪਾ ਕੀਤੀ, ਇਹਨਾਂ ਸਾਰਿਆਂ ਦਾ ਨਿਰਵਾਣ ਨਿਰਵਿਰਤੀ ਕੀਤੀ ਹੈ। ਪੂਰਨ ਸੰਤ ਕਲਾ ਧਰ ਪੂਰੀ, ਮਹਾਰਾਜ ਆਪ ਜੀ ਪੂਰਨ ਸੰਤ ਮਹਾਤਮਾ ਹੋ, ਸ਼ਕਤੀਵਾਨ ਹੋ। ਕਰਿਓ ਮਾਰੋ ਕਹੈ ਬੜ ਦੂਰੀ, ਜਿਹੜਾ ਸਾਡੇ ਹਿਰਦੇ ਅੰਦਰ ਸ਼ੇਰਾਂ ਦਾ ਬੜਾ ਭਾਰੀ ਭੈ ਡਰ ਬਣਿਆ ਰਹਿੰਦਾ ਸੀ, ਆਪ ਜੀਆਂ ਦੀ ਕਿਰਪਾ ਸਦਕਾ ਦੂਰ ਹੋਇਆ ਹੈ। ਲੇਖ ਦੇਸ ਸਿੱਖ ਸਭ ਹੋਏ, ਮਹਾਰਾਜ ਇਸ ਪ੍ਰਕਾਰ ਜਿਹੜੇ ਉਹ ਨਗਰ ਦੇ ਲੋਕ ਨੇ, ਭਾਈ ਬਾਲਾ ਜੀ ਕਹਿੰਦੇ, ਸਤਿਗੁਰਾਂ ਦਾ ਉਪਦੇਸ਼ ਲੈ ਕਰਕੇ ਸਾਰਿਆਂ ਨੇ ਸਿੱਖੀ ਅਪਣਾਈ ਹੈ। ਪਾਵਨ ਲਈ ਗੁਰੂ ਭਗਤ ਹੋਏ, ਇਸ ਪ੍ਰਕਾਰ ਗੁਰੂ ਚਰਨਾਂ ਪਹੁੜ ਲਈ ਹੈ, ਸਤਿਗੁਰਾਂ ਦੇ ਚਰਨ ਪਰਸੇ ਨੇ। ਕਿਤਕ ਕਾਲ ਨਹਕੀਨ ਬਸੇਰਾ, ਮਹਾਰਾਜ ਕੁਝ ਕੁ ਸਮਾਂ ਉਸ ਨਗਰ ਵਿੱਚ ਰਹੇ ਨੇ। ਅਕਲ ਖਾਨ ਗਮਨੇ ਬਿਨ ਤੇਰਾ, ਮਹਾਰਾਜ ਫਿਰ ਬਿਨਾਂ ਦੇਰੀ ਤੋਂ ਉਸ ਨਗਰ ਤੋਂ ਅੱਗੇ ਚੱਲੇ ਨੇ ਜੀ। ਪਹੁੰਚੇ ਹਿਰਨ ਖੰਡ ਮੈਂ ਜਾਈ, ਇਸ ਪ੍ਰਕਾਰ ਅਗਲੇ ਖੰਡ ਉੱਪਰ ਜਿਸ ਦਾ ਨਾਮ ਹਿਰਨ ਖੰਡ ਹੈ, ਉਸ ਨਗਰ ਇਸ ਪ੍ਰਕਾਰ ਨਵ ਖੰਡ ਉੱਪਰ ਚੱਲੇ ਨੇ। ਜਿਹ ਕੰਚਨ ਧਰਤੀ ਸੁਖ ਥਾਈ, ਤੇ ਜਿੱਥੋਂ ਦੀ ਧਰਤੀ ਸੰਗਤ ਜੀ ਸੋਹਣੇ ਰੰਗੀ ਹੈ, ਧਰਤੀ ਰੀਤ ਸੁਨੋ ਸਭ ਭਾਈ, ਇਸ ਪ੍ਰਕਾਰ ਕੇ ਪ੍ਰਾਤਨ ਲਲਤਾ ਪੱਟੀ ਦਾ ਜੋ ਨਗਰ ਹੈ, ਇਲਾਕਾ ਹੈ, ਇੱਥੇ ਇੱਕ ਬੜਾ ਵੱਡਾ ਪਹਾੜ ਹੈ ਜੋ ਸੁਨਹਿਰੀ ਪਹਾੜ ਹੈ, ਜਿਸ ਨੂੰ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ। ਇਸ ਪ੍ਰਕਾਰ ਤਹਿ ਕੀ ਰੀਤ ਸੁਨਹੁ ਸਭ ਭਾਤੀ, ਇਸ ਪ੍ਰਕਾਰ ਸੰਗਤ ਜੀ ਇਹਦੀ ਸਾਰੀ ਗੱਲਬਾਤ ਸੁਣਨਾ ਕਰੋ। ਕਰਮੇ ਜੋਗ ਸਾਧਨ ਦਿਨ ਰਾਤੀ, ਇੱਥੋਂ ਦੇ ਜਿਹੜੇ ਲੋਕ ਹਨ ਉਹ ਯੋਗ ਸਾਧਨਾ ਕਰਦੇ ਨੇ। ਰਹਿਤ ਤਰਨ ਸੋ ਮਨ ਸਦਾਈ, ਹਮੇਸ਼ਾ ਜਵਾਨ ਹੀ ਰਹਿੰਦੇ ਨੇ, ਆਪਣਾ ਬੁਢਾਪਾ ਆਉਣ ਨਹੀਂ ਦਿੰਦੇ। ਕਰਮੇ ਪ੍ਰਾਨ ਨਤ ਜੈ ਕਦਾਈ, ਤੇ ਦੂਸਰਾ ਇਸ ਨਗਰ ਦੀ ਮਰਿਆਦਾ ਹੈ ਕਿ ਆਪਣੇ ਘਰ ਦੇ ਅੰਦਰ ਕੋਈ ਵੀ ਸਵਾਸ ਨਹੀਂ ਦਿਆਗਦਾ। ਅੰਤ ਸਮਾਂ ਤਿਨ ਕੋ ਜੇ ਪਹੁੰਚੇ, ਜਦੋਂ ਇਹਨਾਂ ਦਾ ਅੰਤਲਾ ਸਮਾਂ ਆਉਂਦਾ ਹੈ ਤੇ ਇੱਕ ਉੱਚੇ ਪਹਾੜ ਉੱਪਰ ਚੜ੍ਹ ਬੈਠਦੇ ਨੇ। ਤਬ ਬੈਠੇ ਗਿਰ ਪਰ
ਉੱਚੇ ਪਹਾੜ ਉੱਪਰ ਚੜ ਜਾਂਦੇ ਨੇ। ਬ੍ਰਹਮੰਦਰ ਕੋ ਫੂਰ ਸੋ ਡਾਰਹੇ। ਇਸ ਪ੍ਰਕਾਰ ਜਿਹੜੀ ਬ੍ਰਹਮਰੰਦਰ ਜਿਹੜੀ ਸਵਾਸਾਂ ਦੀ ਨਾੜੀ ਹੈ ਨਾ, ਜਿਹੜੀ ਸਵਾਸ ਨਾੜੀ ਉਸ ਨੂੰ ਆਪਣੇ ਹੱਥੀਂ ਤੋੜਦੇ ਨੇ। ਤੇ ਆਪਣੇ ਪ੍ਰਾਣ ਨਿਕਾਰਹੇ। ਤੇ ਪਹਾੜ ਉੱਪਰ ਬੈਠ ਕਰਕੇ ਆਪਣੀ ਮਰਜ਼ੀ ਨਾਲ ਅਕਾਲ ਚਲਾਣਾ ਕਰਦੇ ਨੇ ਜੀ। ਤਿਨ ਪੁਰ ਵਿਖੇ ਜਾਏ ਪੁਰ ਵੈਸੇ। ਜਦੋਂ ਐਸੇ ਨਗਰ ਵਿੱਚ ਸਤਿਗੁਰੂ ਜੀ ਜਾ ਕਰਕੇ ਬਿਰਾਜੇ ਨੇ। ਮਨ ਭਾਨ ਗਿਆਨ ਕੋ ਜੈਸੇ। ਇਹਨਾਂ ਜਾਣੋ ਜਿਵੇਂ ਗਿਆਨ ਦਾ ਸੂਰਜ ਉਸ ਨਗਰ ਵਿੱਚ ਚੜ ਆਇਆ ਹੋਵੇ। ਬਹੁਨਰ ਬੈਠੇ ਆਣ ਸਮੀਪਾ। ਤੇ ਨਗਰ ਦੇ ਬਹੁਤੇ ਲੋਕ ਸਤਿਗੁਰਾਂ ਦੇ ਕੋਲ ਆ ਬੈਠੇ ਨੇ। ਤਬ ਬੋਲੇ ਬੇਦੀ ਕੁਲਦੀਪਾ। ਤੇ ਉਹਨਾਂ ਨੂੰ ਵੇਖ ਕਰਕੇ ਮਹਾਰਾਜ ਜੀ ਬੋਲੇ ਨੇ ਕੈਸੋ ਤੁਮ ਉਪਦੇਸ਼ ਕਮਾਵਹੁ। ਕਿ ਇਹ ਕੈਸੀ ਮਰਿਆਦਾ ਕੈਸਾ ਉਪਦੇਸ਼ ਹੈ ਜੋ ਤੁਸੀਂ ਅਪਣਾਇਆ ਹੈ। ਆਪਣੇ ਗੁਰੂ ਕੋ ਨਾਮ ਬਤਾਵਹੁ। ਤੇ ਜੋ ਤੁਹਾਡਾ ਗੁਰੂ ਹੈ ਭਾਈ ਉਸ ਦਾ ਨਾਮ ਦੱਸਣਾ ਕਰੋ। ਕਹੈ ਸੋ ਕਰ ਗੋਰਖ ਹਮ ਜਾਣਹੁ। ਨਗਰ ਦੇ ਲੋਕ ਕਹਿਣ ਲੱਗੇ ਮਹਾਰਾਜ ਜਿਸ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ ਉਸ ਦਾ ਨਾਮ ਗੋਰਖਨਾਥ ਹੈ। ਪ੍ਰਾਣਾਯਾਮ ਉਪਦੇਸ਼ ਪਛਾਨਹੁ। ਤੇ ਜੋ ਪ੍ਰਾਣਾਯਾਮ ਕਸ਼ਟ ਯੋਗ ਹੈ ਨਾ ਉਹ ਉਪਦੇਸ਼ ਅਸੀਂ ਆਪਣੇ ਗੁਰੂ ਦਾ ਮੰਨਦੇ ਹਾਂ। ਸਾਧੇ ਜੋਗ ਸਦੀਵ ਤਦਾਪੀ। ਮਹਾਰਾਜ ਬੜੇ ਲੰਬੇ ਸਮੇਂ ਤੋਂ ਜੱਦੀ ਕੁਰਸੀ ਲੈ ਕਰਕੇ ਇਹ ਜਿਹੜਾ ਉਪਦੇਸ਼ ਹੈ ਨਾ ਗੋਰਖਨਾਥ ਦਾ ਮੰਨਦੇ ਆਉਂਦੇ ਹਾਂ। ਮਨ ਕੋ ਸਾਤ ਨ ਆਵ ਕਦਾਪੀ। ਪਰ ਮਹਾਰਾਜ ਹਲੇ ਤੱਕ ਮਨ ਨੂੰ ਸ਼ਾਂਤੀ ਨਹੀਂ ਆਈ ਜੀ। ਅਬ ਉਪਦੇਸ਼ ਆਪ ਦਿਨ ਐਸਾ। ਮਹਾਰਾਜ ਮੈਨੂੰ ਕਿਰਪਾ ਕਰੋ ਸਾਨੂੰ ਕੋਈ ਐਸਾ ਉਪਦੇਸ਼ ਬਖਸ਼ੋ ਜੀ। ਸਾਤ ਹੋਏ ਪਗ ਸਭ ਕੋ ਜੈਸਾ। ਮਹਾਰਾਜ ਸਾਡਾ ਵੀ ਮਨ ਤੁਹਾਡੇ ਵਾਂਗ ਸ਼ਾਂਤ ਹੋ ਜਾਵੇ। ਸੁਰਗਰਦਨ ਕੇ ਪੰਜ ਜਗਤੇਸਾ। ਇਸ ਪ੍ਰਕਾਰ ਨਗਰ ਦੇ ਲੋਕਾਂ ਦੀ ਬੇਨਤੀ ਸੁਣ ਕਰਕੇ ਜਗਤ ਸੁਆਮੀ ਦੇਣ ਲੱਗੇ ਆਪਨ ਉਪਦੇਸਾ। ਸਤਿਗੁਰੂ ਜੀ ਗੁਰਮਤਿ ਦਾ ਉਪਦੇਸ਼ ਦੇਣ ਲੱਗੇ ਨੇ। ਸਤਨਾਮ ਸਿਮਰ ਕੋ ਲਿਵ ਲਾਈ। ਇਹ ਭਾਈ ਹਮੇਸ਼ਾ ਹੀ ਸਤਨਾਮ ਵਾਹਿਗੁਰੂ ਦਾ ਲਿਵ ਲਾ ਕੇ ਸਿਮਰਨ ਕਰੋ। ਹਉਮੈ ਸਗਲੀ ਦੇਖੋ ਮਿਟਾਈ। ਤੇ ਜਿਹੜੀ ਧਨ ਪਦਾਰਥ ਸਰੀਰ ਦੀ ਹੰਗਤਾ ਹਉਮੈ ਹੈ ਸਾਰੀ ਦੂਰ ਕਰ ਦੇਵੋ। ਜਗਤ ਸਤ ਭਲੇ ਦ੍ਰਿੜ ਕੀਜੈ। ਤੇ ਜਿਹੜਾ ਇਹ ਸੰਸਾਰ ਹੈ ਨਾ ਇਸ ਨੂੰ ਝੂਠਾ ਜਾਣਨਾ ਕਰੋ ਜੀ। ਸਤ ਆਤਮਾ ਏਕ ਜਨੀਜੈ। ਇੱਕੋ ਹੀ ਸੱਚ ਹੈ ਉਹ ਪਰਮੇਸ਼ਰ ਦੀ ਆਤਮਾ ਪਰ ਪਰਮੇਸ਼ਰ ਹੈ। ਆਸ ਅਭਿਆਸ ਜੇ ਕਰੋ ਸਦੀਵਾ। ਇਸ ਪ੍ਰਕਾਰ ਪਰਮੇਸ਼ਰ ਦਾ ਸਿਮਰਨ ਜੇਕਰ ਹਮੇਸ਼ਾ ਕਰੋਗੇ ਹੋਏ ਸ਼ਾਂਤ ਮਨ ਕੋ ਸੁਖ ਸੀਵਾ। ਤੇ ਆਪ ਜੀਆਂ ਦਾ ਮਨ ਜੋ ਸ਼ਾਂਤ ਹੋਵੇਗਾ ਸੁਖ ਪਾਵੋਗੇ। ਸੁਣ ਕਰ ਨਾਰਨ ਸਭਨ ਮਨ ਮਾਨਾ। ਸਾਰਿਆਂ ਨੇ ਸਤਿਗੁਰਾਂ ਦਾ ਉਪਦੇਸ਼ ਸੁਣ ਕਰਕੇ ਮੰਨਿਆ ਹੈ ਜੀ। ਕਰਨ ਲੱਗੇ ਤਹਿ ਵਿਦ ਸੁਖ ਜਾਨਾ। ਇਸ ਪ੍ਰਕਾਰ ਸਾਰੇ ਹੀ ਨਗਰ ਦੇ ਲੋਕ ਹੁਣ ਸਿਮਰਨ ਕਰਨ ਲੱਗੇ ਨੇ। ਦੇਖਾ ਕਿਤਕ ਕਾਲ ਗੁਰ ਰਾਖੀ। ਮਹਾਰਾਜ ਕੁਝ ਸਮਾਂ ਉਸ ਨਗਰ ਵਿੱਚ ਠਹਿਰੇ ਨੇ। ਕਬਰੋ ਕੀਨ ਗਮਨ ਅਬ ਲਾਖੀ। ਮਹਾਰਾਜ ਅੱਗੇ ਜਾਣ ਦੀ ਇੱਛਾ ਅਨੁਸਾਰ ਉਤੋਂ ਚੱਲ ਪਾਇਆ ਹੈ। ਤੇ ਵਿਦਾ ਹੋਏ ਜਗ ਸਾਈ। ਮਹਾਰਾਜ ਜਦੋਂ ਉਸ ਨਗਰ ਦੇ ਲੋਕਾਂ ਤੋਂ ਵਿਦਾ ਹੋਏ ਨੇ ਪੁਰਖ ਖੰਡ ਪ੍ਰਵੇਸ਼ੇ ਜਾਈ। ਇਸ ਪ੍ਰਕਾਰ ਅੱਗੇ ਪੁਰਖ ਖੰਡ ਆਇਆ ਹੈ ਉੱਥੇ ਮਹਾਰਾਜ ਆਏ ਨੇ। ਨਗਰ ਸਮੀਪ ਜਾਏ ਕੇ ਵੈਸੇ। ਜਦੋਂ ਐਸੇ ਨਗਰ ਦੇ ਮਹਾਰਾਜ ਨਜ਼ਦੀਕ ਜਾ ਕੇ ਬੈਠੇ ਨੇ ਤਨ ਉਪਕਾਰ ਧਰਿਓ ਦਰ ਜੈਸੇ। ਇਹਦਾ ਜਾਣ ਲਵੋ ਕਿ ਜਿਵੇਂ ਪਰ ਉਪਕਾਰ ਹੀ ਆਪਣਾ ਸਰੀਰ ਧਾਰਨ ਕਰਕੇ ਬੈਠਾ ਹੋਵੇ ਐਸੇ ਮਹਾਰਾਜ ਜਾ ਬਰਾਜੇ ਨੇ। ਧਰਮ ਚੰਦ ਧਨ ਗੁਣ ਪਾਲਾ। ਉਥੋਂ ਦਾ ਇੱਕ ਰਹਿਣ ਵਾਲਾ ਰਾਜਾ ਹੈ ਜਿਸ ਦਾ ਨਾਮ ਸੰਤ ਜੀ ਧਰਮ ਚੰਦ ਹੈ। ਸੰਤਨ ਸੇਵਾ ਕੰਤ ਵਿਸਾਲਾ। ਜੋ ਹਮੇਸ਼ਾ ਹੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਬੜੀ ਨਿਸ਼ਚਾ ਨਾਲ ਕਰਦਾ ਹੈ। ਆਨ ਪ੍ਰਣਾਮ ਕੀਨ ਪਦਤਾਹੀ। ਤੇ
ਤੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਉੱਪਰ ਉਸ ਨਗਰ ਦੇ ਰਾਜੇ ਧਰਮ ਚੰਦ ਨੇ ਨਮਸਕਾਰ ਕੀਤੀ ਹੈ। ਭਾਵ ਵਿਸਾਲ ਜਾਸ ਮਨ ਮਾਹੀ ਜਿਸ ਦੇ ਹਿਰਦੇ ਅੰਦਰ ਬੜਾ ਹੀ ਪ੍ਰੇਮਾ ਪਿਆਰ ਹੈ। ਕਹਿਣ ਲੱਗੇ ਮੁਝ ਸੇਵ ਬਤਾਵੋ ਕਹਿਣ ਲੱਗਾ ਮਹਾਰਾਜ ਤੁਸੀਂ ਸਾਡੇ ਨਗਰ ਵਿੱਚ ਆਏ ਹੋ, ਹੁਣ ਸਾਨੂੰ ਕੋਈ ਸੇਵਾ ਦੱਸੋ ਜੀ। ਕਾਮੋ ਸੋ ਕਰੋ ਨਾ ਬੇਮ ਲਗਾਵੋ ਇਸ ਪ੍ਰਕਾਰ ਜੋ ਵੀ ਸੇਵਾ ਤੁਸੀਂ ਸਾਨੂੰ ਦੱਸੋਗੇ ਨਾ ਅਸੀਂ ਉਹੀ ਕਰਾਂਗੇ ਬਿਨਾਂ ਦੇਰੀ ਤੋਂ। ਸੁਣੀਏ ਸ੍ਰੀ ਅੰਗਦ ਤਹਿ ਕਾਲਾ ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਉਸ ਸਮੇਂ ਦੀ ਵਾਰਤਾ ਸੁਣੋ ਜੀ। ਪੂਜਾ ਬਣਾਇਓ ਸ਼ੇਰ ਵਿਸਾਲਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਮੇਰਾ ਰੂਪ ਤਬਦੀਲ ਕੀਤਾ ਹੈ, ਮੈਨੂੰ ਭਾਈ ਬਾਲੇ ਤੋਂ ਇਸ ਪ੍ਰਕਾਰ ਸ਼ੇਰ ਬਣਾ ਦਿੱਤਾ ਹੈ। ਕਰੋ ਸੇਵ ਜੇ ਭੂਪ ਉਦਾਰਾ ਇਸ ਪ੍ਰਕਾਰ ਰਾਜੇ ਤਾਂ ਹੀ ਕਹਿਣਾ ਕੀਤਾ ਹੈ ਕਿ ਇਹ ਰਾਜਾ ਜੇਕਰ ਤੂੰ ਸੇਵਾ ਕਰਨੀ ਚਾਹੁੰਦਾ ਹੈ ਪ੍ਰਥਮੈ ਤੀਜੈ ਸ਼ੇਰ ਅਪਾਰਾ ਪਹਿਲਾਂ ਜੋ ਸਾਡੇ ਨਾਲ ਇਹ ਸ਼ੇਰ ਹੈ ਨਾ ਇਹਦੇ ਖਾਣ ਨੂੰ ਕੁਝ ਲਿਆਵੋ ਜੀ। ਆਮਿਤ ਅਵਰ ਨਾ ਖਾਵਤ ਕੋ ਇਹ ਕਿਸੇ ਹੋਰ ਚੀਜ਼ ਦਾ ਮਾਸ ਨਹੀਂ ਖਾਂਦਾ। ਸਚਤ ਰਾਜ ਪੁੱਤਰ ਹਵੈ ਜੋ ਇਹ ਰਾਜਿਆਂ ਦੇ ਪੁੱਤਰਾਂ ਦਾ ਮਾਸ ਖਾਂਦਾ ਹੈ। ਸਤਿਗੁਰੂ ਜੀ ਉਹਦੀ ਸਿੱਖੀ ਪਰਖਣਾ ਚਾਹੁੰਦੇ, ਉਸ ਦੀ ਸ਼ਰਧਾ ਪਰਖਣਾ ਚਾਹੁੰਦੇ ਨੇ। ਮਹਾਰਾਜ ਕਹਿੰਦੇ ਜੋ ਸਾਡੇ ਨਾਲ ਦਾ ਸ਼ੇਰ ਹੈ ਨਾ ਰਾਜਾ ਧਰਮਚੰਦ ਇਹਦੇ ਖਾਣ ਨੂੰ ਕੁਝ ਲਿਆ ਤੇ ਯਾਦ ਰੱਖੀ ਇਹ ਕਿਸੇ ਹੋਰ ਪਸ਼ੂ ਪੰਛੀ ਦਾ ਇਸ ਪ੍ਰਕਾਰ ਮਾਸ ਨਹੀਂ ਖਾਂਦਾ, ਇਹ ਰਾਜਿਆਂ ਦੇ ਪੁੱਤਰ ਹੀ ਖਾਂਦਾ ਹੈ। ਤਹਿ ਪਰਖਨਾ ਅਸ ਗੁਰੂ ਅਲਾਇਆ ਸਤਿਗੁਰੂ ਜੀ ਉਹਦੀ ਪਰਖ ਕਰਨ ਵਾਸਤੇ ਇਹ ਬਚਨ ਕਰਦੇ ਨੇ। ਸਰਪੂਪਤ ਨਹਿਰ ਦਾ ਡਲਾਇਆ ਪਰ ਫਿਰ ਵੀ ਰਾਜੇ ਨੇ ਇਹ ਬਚਨ ਸੁਣ ਕਰਕੇ ਆਪਣਾ ਹਿਰਦਾ ਡੋਲਣ ਨਹੀਂ ਦਿੱਤਾ ਜੀ। ਕਾਲਿਓ ਨਕੇਤ ਪੁੱਤਰ ਹੈ ਮੇਰਾ ਕਹਿਣ ਲੱਗਾ ਮਹਾਰਾਜ ਬਸ ਥੋੜੀ ਦੂਰੀ ਤੇ ਮੇਰਾ ਪੁੱਤਰ ਰਹਿੰਦਾ ਹੈ। ਆਇਸ ਦੇਹੋ ਅਨੁਭਵਨ ਤੇਰਾ ਜੇਕਰ ਆਪ ਜੀ ਮੈਨੂੰ ਆਗਿਆ ਬਖਸ਼ੋ ਮੈਂ ਛੇਤੀ ਨਾਲ ਘਰ ਤੋਂ ਲੈ ਆਉਣਾ ਇਉਂ ਹਾਂ। ਕਹਿ ਪੁੱਤਰ ਬੁਲਾਏ ਬਿਠਾਇਆ ਏਦਾਂ ਕਹਿ ਕਰਕੇ ਆਪਣੇ ਪੁੱਤਰ ਨੂੰ ਬੁਲਾ ਕਰਕੇ ਰਾਜਾ ਧਰਮਚੰਦ ਜੀ ਲਿਆਏ ਨੇ। ਜਹ ਸਥਾਨ ਦਰਸ਼ਨ ਸੋ ਆਇਆ ਤੇ ਪਲ ਦੇ ਵਿੱਚ ਬਿਨਾਂ ਦੇਰੀ ਤੋਂ ਸਤਿਗੁਰਾਂ ਕੋਲ ਵਾਪਸ ਆਏ ਨੇ। ਸੰਤ ਸੇਵ ਮਹਿ ਲੱਗੈ ਸਰੀਰਾ ਇਸ ਪ੍ਰਕਾਰ ਮਨ ਹੀ ਮਨ ਵਿੱਚ ਸੋਚਦਾ ਹੈ ਜੇਕਰ ਸੰਤਾਂ ਦੀ ਸੇਵਾ ਦੇ ਵਿੱਚ ਮੇਰੇ ਪੁੱਤਰ ਦਾ ਸਰੀਰ ਲੱਗ ਜਾਵੇ ਇਦੋਂ ਭਲੀ ਇਦੋਂ ਚੰਗੀ ਗੱਲ ਹੋਰ ਕੀ ਹੋਵੇਗੀ। ਆਪ ਵਿਚਾਰ ਕਰ ਬਾਂਦੀ ਪੀਰਾ ਇਹਦਾ ਮਨ ਵਿੱਚ ਵਿਚਾਰਾ ਕਰਦਾ ਹੈ ਤੇ ਮਨ ਨੂੰ ਧੀਰਜ ਦਿੱਤੀ ਹੈ। ਪਠਾਂਡੋ ਕੀਨੋ ਸਿਰ ਅਗਾਰੀ ਤੇ ਲਿਆ ਕਰਕੇ ਜੋ ਭਾਈ ਬਾਲਾ ਜੀ ਦੇ ਰੂਪ ਅੰਦਰ ਸ਼ੇਰ ਹੈ ਉਹਨਾਂ ਦੇ ਸਾਹਮਣੇ ਆਪਣਾ ਪੁੱਤਰ ਖੜਾ ਕੀਤਾ ਹੈ। ਧਨ ਰੂਪ ਗੁਰ ਗਿਰਾ ਉਚਾਰੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਸੰਨ ਹੋ ਕਰਕੇ ਕਹਿੰਦੇ ਕਿ ਇਹ ਰਾਜਨ ਤੂੰ ਧਨ ਹੈ। ਸੰਤ ਸੇਵ ਮਹਿ ਤਬ ਮਨ ਰਾਤਾ ਆਪ ਜੀਆਂ ਦੀ ਜੋ ਮਤ ਹੈ ਸੁਭਾਅ ਹੈ ਉਹ ਸੰਤਾਂ ਦੀ ਸੇਵਾ ਵਿੱਚ ਰੰਗੀ ਹੋਈ ਹੈ। ਸਤ ਨਾਮ ਜਪ ਆਪ ਸੁਖ ਦਾਤਾ ਤੇ ਆਪ ਜੀ ਇਸ ਪ੍ਰਕਾਰ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ ਜੀ। ਸਤ ਸੰਗਤ ਮਹਿ ਪ੍ਰੀਤ ਤੁਮਾਰੀ ਤੇ ਆਪ ਜੀਆਂ ਦੀ ਜੋ ਪ੍ਰੀਤ ਹੈ ਨਾ ਉਹ ਸਤ ਸੰਗਤ ਵਿੱਚ ਜੁੜਦੀ ਹੈ। ਆਪ ਸਮੈ ਕਰਤ ਪਾਏ ਸੁਖਾਰੀ ਇਸ ਪ੍ਰਕਾਰ ਸਤਿਨਾਮ ਵਾਹਿਗੁਰੂ ਦਾ ਰਹਿੰਦੇ ਸਵਾਸਾਂ ਤੱਕ ਜਾਪ ਕਰਿਓ ਤੇ ਹਰ ਰੋਜ਼ ਸਤ ਸੰਗਤ ਕਰਿਓ ਤੇ ਜਦੋਂ ਲੋਕ ਨੂੰ ਛੱਡ ਕੇ ਪਰਲੋਕ ਜਾਵੋਗੇ ਤੇ ਪਰਮੇਸ਼ਰ ਤੁਹਾਡਾ ਰਖਵਾਲਾ ਹੋਵੇਗਾ, ਤੁਹਾਡੀ ਪੱਤ ਰੱਖੇਗਾ। ਕਿਰਕ ਦਿਵਸ ਤਹਿ ਰਹਿ ਜਗਤੇ ਸਾ ਮਹਾਰਾਜ ਕੁਝ ਕੁ ਦਿਨ ਉਸ ਖੰਡ ਉੱਪਰ ਰਾਜਾ ਧਰਮਚੰਦ ਕੋਲ ਰਹੇ ਨੇ। ਹਰ ਕੀਰਤ ਕੋ ਦੇ ਉਪਦੇਸਾ ਮਹਾਰਾਜਿਆਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਦਿੱਤਾ ਹੈ। ਅਵਤਾਨ ਕੀਏ ਗਮਨ ਗੁਸਾਈ ਮਹਾਰਾਜ ਫਿਰ ਧਰਮਚੰਦ ਕੋਲੋਂ ਆਗਿਆ ਲੈ ਕਰਕੇ ਸਤਿਗੁਰੂ ਜੀ ਅੱਗੇ ਚੱਲੇ ਨੇ। ਹਰ ਵਰਖ ਖੰਡ ਉਤੋ ਜਹ ਥਾਈ ਇਸ ਖੰਡ ਦਾ ਨਾਮ ਹਰ ਵਰਖ ਹੈ ਜੀ। ਇੱਕ ਨਗਰ ਕੇ ਬੈਠ ਜਪਜੀ ਮਹਾਰਾਜ
ਮਹਾਰਾਜ ਜਦੋਂ ਇਸ ਪ੍ਰਕਾਰ ਇਸ ਨਗਰ ਦੇ ਕੋਲ ਜਾ ਕੇ ਬੈਠੇ ਨੇ ਤੇ ਕੋ ਭੁਗਤ ਆਇਓ ਤਬਹੀ ਤੇ ਜਿਹੜਾ ਹਰ ਵਰਖ ਖੰਡ ਦਾ ਰਾਜਾ ਹੈ ਉਹ ਸਤਿਗੁਰਾਂ ਦੇ ਕੋਲ ਆਇਆ ਹੈ। ਆਪ ਬੰਦ ਬਹੁ ਬਿਨਤੀ ਕਰਕੇ ਸਤਿਗੁਰਾਂ ਨੂੰ ਹੱਥ ਬੰਨ ਕਰਕੇ ਨਮਸਕਾਰ ਕੀਤੀ, ਬੇਨਤੀਆਂ ਕੀਤੀਆਂ ਨੇ। ਰਹਿਓ ਚਰਨ ਪਰ ਨਿਜ ਸਿਰ ਧਰ ਤੇ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਆਪਣਾ ਸਿਰ ਟਿਕਾ ਕੇ ਝੁਕਿਆ ਹੈ। ਅਬੈ ਅਧੀਨ ਜਬ ਰਹਿਓ ਅਕਾਰੀ ਇਸ ਪ੍ਰਕਾਰ ਜਦੋਂ ਸਤਿਗੁਰਾਂ ਨੇ ਆਪਣੇ ਅਧੀਨ ਹੋਇਆ ਵੇਖਿਆ ਹੈ ਤਬ ਐ ਸ੍ਰੀ ਗੁਰ ਗਿਰਾ ਤੇ ਉਚਾਰੀ ਗੁਰੂ ਨਾਨਕ ਪਾਤਸ਼ਾਹ ਨੇ ਹਰ ਵਰਖ ਨਗਰ ਦੇ ਰਾਜੇ ਨੂੰ ਕਹਿਣਾ ਕੀਤਾ ਹੈ। ਜੋਇ ਪਦਾਰਥ ਮਨ ਅਬਲਾਕ ਹੋ ਮਹਾਰਾਜ ਕਹਿਣ ਲੱਗੇ ਕਿ हे ਰਾਜਨ, ਜੋ ਤੇਰੇ ਮਨ ਦੀ ਇੱਛਾ ਹੈ ਸਾਨੂੰ ਦੱਸਣਾ ਕਰ। ਸੋ ਨੀਚੇ ਦਿਨ ਮੁਕਤੇ ਭਾਗ ਹੋ ਜੋ ਵੀ ਤੂੰ ਲੈਣਾ ਚਾਹੁੰਦਾ ਹੈ ਸਾਡੇ ਪਾਸੋਂ ਆਪਣੇ ਮੁਖ ਤੋਂ ਕਹਿਣਾ ਕਰੋ ਜੀ। ਸਤਿਗੁਰ ਕੀ ਸਿੱਖੀ ਵਰ ਧਾਰ ਹੋ ਬਸ ਆਪਣੇ ਮਨ ਦੇ ਵਿੱਚ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਸਿੱਖੀ ਜ਼ਰੂਰ ਧਾਰਨ ਕਰਿਓ ਜੀ। ਜਨਮ ਮਰਨ ਕੇ ਬੰਧ ਨਿਵਾਰ ਹੋ ਜਦੋਂ ਸਿੱਖੀ ਨੂੰ ਧਾਰਨ ਕਰੋਗੇ ਤੇ ਜਿਹੜੇ ਜਨਮ ਮਰਨ ਦੇ ਬੰਧਨ ਇਹ ਟੁੱਟਣਗੇ। ਸੁਰਬਾਨੀ ਆਪਣੇ ਅਨਕੂਲਾ ਇਸ ਪ੍ਰਕਾਰ ਜਦੋਂ ਉਸ ਰਾਜੇ ਨੇ ਸਤਿਗੁਰਾਂ ਦੀ ਐਸੀ ਮਿੱਠੀ ਬੋਲੀ ਬੋਲੀ ਹੈ ਕਹੇ ਭੂਪਤ ਮੰਗਲ ਮੂਲਾ ਇਸ ਪ੍ਰਕਾਰ ਸਤਿਗੁਰਾਂ ਦੀ ਮਿੱਠੀ ਬੋਲੀ ਸੁਣ ਕਰਕੇ ਕਹਿਣ ਲੱਗਾ, ਮਹਾਰਾਜ ਆਪ ਜੀ ਤਾਂ ਖੁਸ਼ੀਆਂ ਦੇ ਮੁੱਢ ਖੁਸ਼ੀਆਂ ਦੇ ਘਰ ਹੋ। ਸੁਨੋ ਸਤ ਜੀ ਸਭ ਸੁਖਦਾਈ ਮਹਾਰਾਜ ਇਹ ਮੇਰੀ ਬੇਨਤੀ ਹੈ ਕਿ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ। ਅਕਾਲ ਪੁਰਖ ਵਾਹਿਗੁਰੂ ਨੇ ਸਭ ਕੁਝ ਬਖਸ਼ਿਆ ਹੈ। ਕਿਤ ਸੰਤਤ ਬਹੁ ਕੀਏ ਉਪਾਈ ਪਰ ਮਹਾਰਾਜ ਕੋਈ ਪੁੱਤਰ ਧੀ ਪੈਦਾ ਨਹੀਂ ਹੋਇਆ। ਕਿਸ ਪ੍ਰਕਾਰ ਅਬਲਾਕ ਨਾ ਪੂਰੀ ਮਹਾਰਾਜ ਮੇਰੀ ਇਹ ਇੱਛਾ ਪੂਰੀ ਨਹੀਂ ਹੋਈ। ਬੜੀ ਧਨ ਦੌਲਤ ਬੜੇ ਪਦਾਰਥ ਮੇਰੇ ਪਾਸ ਨੇ ਪਰ ਕੋਈ ਵੀ ਧੀ ਪੁੱਤਰ ਮੇਰੇ ਪਾਸ ਨਹੀਂ। ਕਾਰੂ ਵਿਚਾਰ ਰਹੀ ਮਨ ਪੂਰੀ ਮਹਾਰਾਜ ਬੜਾ ਆਸਰਾ ਦੇਵੀ ਦੇਵਤਿਆਂ ਦਾ, ਡਾਕਟਰਾਂ ਦਾ, ਉਹਨਾਂ ਸਮਿਆਂ ਦੇ ਜਿਹੜੇ ਹਕੀਮ ਸਨ। ਕਹਿਣ ਲੱਗਾ, ਮਹਾਰਾਜ ਸਾਰਿਆਂ ਦਾ ਆਸਰਾ ਤੱਕ ਕੇ ਵੇਖਿਆ ਹੈ। ਤੇ ਅਬ ਗਉਮਾ ਸੰਤਤ ਦਿਵ ਮੋਹੀ ਮਹਾਰਾਜ ਜੇਕਰ ਆਪ ਜੀ ਮੈਨੂੰ ਕੋਈ ਪੁੱਤਰ ਦੀ ਦਾਤ ਬਖਸ਼ ਦੇਵੋ। ਲਿਓ ਰਾਮ ਉਪਦੇਸ਼ ਜੋ ਹੋਈ ਮਹਾਰਾਜ ਜਿਹੜਾ ਤੁਸੀਂ ਸਿੱਖੀ ਦਾ ਮੈਨੂੰ ਉਪਦੇਸ਼ ਦਿੱਤਾ ਹੈ ਨਾ, ਮੈਂ ਤੁਹਾਡੀ ਸਿੱਖੀ ਅਪਣਾ ਕਰਕੇ ਸਾਂਭ ਕੇ ਰੱਖਾਂਗਾ। ਐਸੇ ਬਿਨਤੀ ਸੁਣ ਜਗਨਾਥਾ ਜਦੋਂ ਐਸੀ ਬੇਨਤੀ ਉਸ ਰਾਜੇ ਦੀ ਸਤਿਗੁਰਾਂ ਨੇ ਸੁਣੀ ਹੈ ਕਈ ਲੋਕ ਦਵੇ ਤਾਕੇ ਤੇ ਹਾਥਾ ਸੰਗਤ ਜੀ ਇਤਿਹਾਸ ਦੱਸਦਾ ਹੈ ਉਹਨਾਂ ਸਮਿਆਂ ਦੇ ਵਿੱਚ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਕੁਝ ਕੁ ਲੌਂਗ ਔਰ ਕੁਝ ਕੁ ਲਾਚੀਆਂ ਸਨ। ਇੱਕ ਇਲਾਇਚੀ ਦੇ ਦੇ ਪਾਣੀ ਮਹਾਰਾਜੀਆਂ ਨੇ ਪ੍ਰਸ਼ਾਦ ਦੇ ਤੌਰ ਤੇ ਕੁਝ ਲੌਂਗ ਇਲਾਇਚੀਆਂ ਉਸ ਨੂੰ ਬਖਸ਼ੀਆਂ ਨੇ ਕਹਿਓ ਦੇਖੋ ਰਾਣੀ ਕੋ ਤੇ ਖਾਣੇ ਬਚਨ ਕੀਤੇ ਨੇ ਕਿ ਜਾ ਕਰਕੇ ਆਪਣੀ ਪਤਨੀ ਜੋ ਰਾਣੀ ਹੈ ਉਸ ਨੂੰ ਛਕਾ ਦੇਵੋ। ਅਬੈ ਹੈ ਸੰਤਤ ਸਤਨ ਤੁਮਾਰੇ ਤੇ ਤੁਹਾਡੇ ਘਰ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨਗੇ। ਛੇਤੀ ਕੁੱਖ ਨੂੰ ਭਾਗ ਲੱਗਣਗੇ, ਪੁੱਤਰ ਦੀ ਦਾਤ ਹੋਵੇਗੀ। ਸਭ ਨਾਮ ਜਪ ਸੰਤ ਸਕਾਰੇ ਪਰ ਇੱਕ ਗੱਲ ਯਾਦ ਰੱਖਿਓ, ਅੰਮ੍ਰਿਤ ਵੇਲੇ, ਸੰਧਿਆ ਵੇਲੇ, ਰਾਤਰੀ ਵੇਲੇ ਹਮੇਸ਼ਾ ਹੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ। ਸਤ ਸੰਗਤ ਮਹਿ ਕੀਰਤ ਸੁਣੀਏ ਤੇ ਹਰ ਰੋਜ਼ ਬਿਨਾਂ ਨਾਗੇ ਤੋਂ ਸਤ ਸੰਗਤ ਦੇ ਵਿੱਚ ਜਾ ਕਰਕੇ ਵਾਹਿਗੁਰੂ ਦੇ ਜਿਹੜੇ ਗੁਣ ਹਨ ਉਹ ਗਾਉਣਾ ਕਰੋ ਜੀ। ਵਿਸ਼ੇ ਬਾਸਨਾ ਮਨ ਤੇ ਇਹ ਹਨੀਏ ਜਿਹੜੀ ਵਿਸ਼ੇ ਵਾਸਨਾ ਹੈ ਨਾ ਮਨ ਤੋਂ ਇਹ ਸਾਰੀ ਤਿਆਗ ਦੇਵੋ। ਬਿਰਕ ਦਿਵਸ ਤਹਿ ਰਾਖਿਓ ਡੇਰਾ ਇਸ ਪ੍ਰਕਾਰ ਕੁਝ ਦਿਨ ਮਹਾਰਾਜੀਆਂ ਨੇ ਉਸ ਰਾਜੇ ਦੇ ਨਗਰ ਵਿੱਚ ਡੇਰਾ ਕੀਤਾ ਹੈ। ਸਿੱਖੀ ਮਾਗ ਪ੍ਰਗਟਾਇ ਕਨੇਰਾ ਮਹਾਰਾਜੀਆਂ ਨੇ ਉਸ ਨਗਰ ਵਿੱਚ ਸਿੱਖੀ ਪ੍ਰਗਟ ਕੀਤੀ ਹੈ ਜੀ। ਕਿਤੇ ਹਮੈ ਕਰ ਬਿਦਾ ਬਹੋਰੰ ਮਹਾਰਾਜ ਇਸ ਪ੍ਰਕਾਰ ਉਸ ਰਾਜੇ ਨੂੰ ਪੁੱਤਰ ਦੀਆਂ ਦਾਤਾਂ ਦੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅੱਗੇ ਚੱਲੇ ਨੇ। ਏ ਗੁਰ ਖੰਡ ਹਤੋ ਜਿਹ ਠੌਰੰ ਮਹਾਰਾਜ ਪਰਖੰਡ ਦੇ
ਉੱਪਰ ਸਤਿਗੁਰਾਂ ਨੇ ਜਾ ਕਰਕੇ ਅਗਲੇ ਖੰਡ ਉੱਪਰ ਟਿਕਾਣਾ ਕੀਤਾ ਹੈ। ਜੈਸੇ ਤਿੰਨ ਲੋਕਨ ਵਿਵਹਾਰੰ ਇਸ ਪ੍ਰਕਾਰ ਜਿਹੜੇ ਉਥੋਂ ਦੇ ਨਗਰ ਦੇ ਲੋਕਾਂ ਦੀ ਮਰਿਆਦਾ ਹੈ। ਸੰਸ੍ਰੀ ਅੰਗਦ ਪਰਮ ਉਦਾਰੰ ਭਾਈ ਲਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਹੈ ਸੁਣਤਾ ਜਨੋ ਸੁਣਨਾ ਕਰੋ। ਜਹ ਤਿੰਨ ਜਹ ਛਿਨ ਤਿਨ ਕੇ ਸੁਖ ਉਪਜਾਈ। ਇਸ ਨਗਰ ਦੀ ਐਸੀ ਮਰਿਆਦਾ ਹੈ ਸੰਗਤ ਜੀ, ਜਦੋਂ ਇਸ ਨਗਰ ਵਿੱਚ ਕੋਈ ਵੀ ਬੱਚਾ ਜਨਮਦਾ ਹੈ ਰੋਦਨ ਸਦਨ ਕਰਤ ਆਈ। ਇਹ ਸਾਰਾ ਹੀ ਨਗਰ ਉਸ ਘਰ ਦੇ ਵਿੱਚ ਆ ਕਰਕੇ ਰੋਂਦਾ ਹੈ। ਜਬ ਕੋ ਮਨ ਚ ਮ੍ਰਿਤਕ ਹਵੇ ਜਾਵੇ। ਇਹ ਜਦੋਂ ਕੋਈ ਨਗਰ ਦਾ ਲੋਕ ਅਕਾਲ ਚਲਾਣਾ ਕਰਦਾ ਹੈ ਜੀ, ਆਸ ਵਿਲਾਸ ਕਤ ਮਨ ਭਾਵੇ। ਇਹ ਨਗਰ ਦੇ ਲੋਕ ਜਿਸ ਘਰ ਦੇ ਵਿੱਚ ਪ੍ਰਾਣੀ ਚੜ੍ਹਾਈ ਕੀਤਾ ਹੁੰਦਾ ਹੈ ਉੱਥੇ ਆ ਕਰਕੇ ਖੁਸ਼ੀਆਂ ਮਨਾਉਂਦੇ ਨੇ। ਐਸੀ ਇਸ ਨਗਰ ਦੀ ਮਰਿਆਦਾ ਹੈ। ਤਹਾਂ ਨਗਰ ਕੇ ਜਾਏ ਸਮੀਪਾ। ਜਦੋਂ ਐਸੇ ਨਗਰ ਦੇ ਸਤਿਗੁਰੂ ਜੀ ਕੋਲ ਪਹੁੰਚੇ ਨੇ, ਬੈਠ ਗਏ ਵੇਦੀ ਕੁਲਦੀਪਾ। ਵੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਜੀ ਬਿਰਾਜੇ ਨੇ। ਮਰਦਾਨਾ ਸੁਣ ਕੇ ਤਨ ਗਾਥਾ। ਭਾਈ ਮਰਦਾਨੇ ਨੇ ਜਦੋਂ ਇਸ ਨਗਰ ਦੀ ਐਸੀ ਗਾਥਾ ਸੁਣੀ ਹੈ, ਪੂਜਨ ਲਗਾ ਪ੍ਰਭੂ ਕੇ ਸਾਥਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤਾਈਂ ਪੁੱਛਣ ਲੱਗਿਆ ਹੈ, ਬੜੇ ਕੌਤਕੀ ਨਰ ਇਹ ਥਾਈ। ਮਹਾਰਾਜ ਬੜੇ ਹੈਰਾਨੀ ਜਨਕ ਲੋਕ ਇੱਥੇ ਵਸਦੇ ਨੇ। ਮੈਂ ਬਾਤੇ ਵਿਪਰੀਤ ਕਰਾਈ। ਦੇਖੋ ਕੈਸੇ ਉਲਟ ਮਰਿਆਦਾ ਕਰਦੇ ਨੇ। ਜਦੋਂ ਕੋਈ ਜੰਮਦਾ ਹੈ ਤਾਂ ਰੋਂਦੇ ਨੇ, ਜਦੋਂ ਕੋਈ ਮਰਦਾ ਹੈ ਤਾਂ ਹੱਸਦੇ ਨੇ। ਸ੍ਰੀ ਗੁਰੂ ਕਹੈ ਸੁਨੋ ਮਰਦਾਨਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਸੁਣਨਾ ਕਰੋ। ਇਨਕੇ ਹਿਰਦੈ ਆਦਤ ਅਗਿਆਨਾ। ਇਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਗਿਆਨ ਨਹੀਂ, ਸਿਰਫ ਅਗਿਆਨ ਹੀ ਅਗਿਆਨ ਭਰਿਆ ਹੈ। ਵਾਹਿਗੁਰੂ ਜਬ ਜਗਤ ਪਠਾਵਤ। ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਵੀ ਜੀਵ ਨੂੰ ਇਸ ਸੰਸਾਰ ਤੇ ਭੇਜਦਾ ਹੈ ਤਬ ਇਹ ਰੁਦਨ ਕਾਤ ਦੁਖ ਪਾਵਤ। ਇਹ ਸੰਸਾਰ ਦੇ ਲੋਕ ਉਦੋਂ ਉੱਚੀ ਉੱਚੀ ਰੋਂਦੇ ਨੇ। ਹੁਣ ਕੱਪ ਜਬ ਬੋਲ ਪਠਾਵਤ। ਤੇ ਜਦੋਂ ਪਰਮੇਸ਼ਰ ਦਾ ਹੁਕਮ ਆਉਂਦਾ ਹੈ ਇਸ ਨਗਰ ਦੇ ਲੋਕ ਚੜ੍ਹਾਈ ਕਰਦੇ ਨੇ। ਤਬ ਮਿਲ ਕਰ ਪਰ ਮਹਿ ਹਰ ਖਾਵਤ। ਤੇ ਫਿਰ ਸਾਰੇ ਹੀ ਨਗਰ ਦੇ ਲੋਕ ਮਿਲ ਕਰਕੇ ਖੁਸ਼ੀਆਂ ਮਨਾਉਂਦੇ ਨੇ। ਅਗਿਆਨ ਸਹਿਤ ਇਨਕੋ ਵਿਵਹਾਰ। ਇਹਨਾਂ ਦਾ ਕੋਲ ਬਸ ਅਗਿਆਨ ਹੈ ਤਾਂ ਹੀ ਐਸੀ ਮਰਿਆਦਾ ਕਰਦੇ ਨੇ। ਸੁਣੀਏ ਗਿਆਨੀ ਕੇਰ ਅਚਾਰ। ਤੇ ਸਤਿਗੁਰੂ ਜੀ ਬੋਲੇ ਭਾਈ ਮਰਦਾਨਾ ਜੀ ਸੁਣਨਾ ਕਰੋ। ਭੇਜੇ ਦੇ ਪਰ ਮਹਿ ਹਰ ਖਾਵਤ। ਇਸ ਪ੍ਰਕਾਰ ਜਿਹੜੇ ਗਿਆਨਵਾਨ ਲੋਕ ਨੇ ਨਾ ਸਤਿਪੁਰਸ਼ ਦੇ ਨਾਮ ਜਪਣ ਵਾਲੇ, ਉਹ ਤਾਂ ਜਦੋਂ ਉਹਨਾਂ ਦੇ ਘਰ ਕੋਈ ਬੱਚਾ ਜਨਮਦਾ ਹੈ ਉਦੋਂ ਵੀ ਖੁਸ਼ ਹੁੰਦੇ ਨੇ। ਬੋਲ ਪਠੇ ਤੇ ਮਨ ਸੁਖ ਪਾਵਤ। ਤੇ ਜਦੋਂ ਪਰਮੇਸ਼ਰ ਦਾ ਬੁਲਾਵਾ ਆ ਜਾਵੇ, ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ, ਫਿਰ ਵੀ ਚਿੰਤਾ ਵਿੱਚ ਡੁੱਬਦੇ ਨਹੀਂ। ਫਿਰ ਵੀ ਇੱਕ ਰਾਸ ਪਰਮੇਸ਼ਰ ਦੀ ਲਿਵ ਅੰਦਰ ਜੁੜੇ ਰਹਿੰਦੇ ਨੇ। ਕਰਤ ਦੋ ਵਿਦਮਾਹੀ। ਦੋਵਾਂ ਹੀ ਪਲਾਂ ਦੇ ਵਿੱਚ, ਦੋਵਾਂ ਹੀ ਸਮਿਆਂ ਦੇ ਵਿੱਚ ਉਹ ਪਰਮੇਸ਼ਰ ਦਾ ਸਿਮਰਨ ਕਰਦੇ ਨੇ। ਹੁਕਮ ਮਾਨ ਮਤ ਨਾ ਕਰਾਹੀ। ਇਸ ਪ੍ਰਕਾਰ ਪਰਮੇਸ਼ਰ ਦਾ ਭਾਣਾ, ਪਰਮੇਸ਼ਰ ਦਾ ਹੁਕਮ ਮੰਨਦੇ, ਉਹ ਕਦੇ ਵੀ ਮਨਮਤ ਨਹੀਂ ਕਰਦੇ। ਇਸ ਪ੍ਰਕਾਰ ਮਰਦਾਨੇ ਸਾਥਾ। ਇਸ ਪ੍ਰਕਾਰ ਭਾਈ ਮਰਦਾਨੇ ਤਾਈਂ ਸਤਿਗੁਰਾਂ ਨੇ ਪੰਥ ਬੁੱਧੇ ਤੇ ਛਿਨ ਜਗਨਾਥਾ। ਸਤਿਗੁਰਾਂ ਨੇ ਇਹ ਸਾਰਾ ਬਿਰਤਾਂਤ ਬੋਲ ਕੇ ਦੱਸਿਆ ਹੈ। ਬਹੁਤ ਲੋਕ ਮਿਲ ਕਰ ਤਬ ਆਏ। ਇੰਨੇ ਕੁ ਸਮੇਂ ਨੂੰ ਜਿਹੜੇ ਨਗਰ ਦੇ ਲੋਕ ਨੇ ਸੰਗਤ ਜੀ ਮਿਲ ਕੇ ਆਏ ਨੇ। ਵੈਸੇ ਪਾਸ ਆਨ ਬਹਿਠਾਏ। ਆਖਰ ਕੇ ਸਤਿਗੁਰਾਂ ਦੇ ਨਿਕਟ ਹੋਏ ਬੈਠੇ ਨੇ। ਸੋ ਪੂਜਤ ਭਾਮਰਦਾਨਾ। ਉਹਨਾਂ ਤਾਈਂ ਭਾਈ ਮਰਦਾਨਾ ਜੀ ਨਗਰ ਦੇ ਲੋਕਾਂ ਤਾਈਂ ਪੁੱਛਦਾ ਹੈ, ਕਰੋ ਆਪਣਾ ਬਿਰਤਾਂਤ ਬਖਾਨਾ। ਇਹ ਜਿਹੜੀ ਤੁਸੀਂ ਮਰਿਆਦਾ ਇਹ ਅਪਣਾਈ ਹੈ ਇਹਦੇ ਬਾਰੇ ਦੱਸੋ ਜੀ। ਮਤ ਹਸਤ ਜਨਮੇ ਤੇ ਰੋਏ। ਜਦੋਂ ਕੋਈ ਮਰਦਾ ਉਦੋਂ ਹੱਸਦੇ ਹੋ, ਜਦੋਂ ਕੋਈ ਜੰਮਦਾ ਉਦੋਂ ਰੋਂਦੇ ਹੋ ਕਿਉਂ? ਜਾਨਾ ਤਮੇ ਗਿਆਨ ਹੈ ਕੋਈ। ਇਹ ਐਸਾ ਗਿਆਨ ਤੁਹਾਡੇ ਕੋਲ ਹੈ, ਸਾਨੂੰ ਦੱਸਣਾ ਕਰੋ। ਬੋਲੇ ਦਿਲ ਮਹਿ ਮੁੱਦੇ ਸੋ ਸਿਆਣੀ। ਜਿਹੜੇ ਉਸ
ਨਗਰ ਦੇ ਕੁਝ ਸਿਆਣੇ ਵੱਡੀ ਉਮਰ ਦੇ ਪੁਰਸ਼ ਸਨ। ਕਿਸ ਕੋ ਗਿਆਨ ਹਿਰਦੈ ਹਮ ਜਾਣੇ। ਫਿਰ ਉਹ ਬੋਲੇ ਨੇ ਕਿ ਸਾਡਾ ਹਿਰਦਾ ਇਹ ਮਰਿਆਦਾ ਮੰਨਦਾ ਹੈ ਈਸ਼ਵਰ ਤੇ ਵਿਛੜੈ ਜਗ ਜਨਮੈ। ਕਿ ਜਦੋਂ ਦਾ ਕੋਈ ਜਨਮਦਾ ਹੈ, ਜਦੋਂ ਕੋਈ ਵੀ ਬੱਚਾ ਜਨਮਦਾ ਹੈ, ਉਹ ਪਰਮੇਸ਼ਰ ਤੋਂ ਵਿਛੜ ਕੇ ਆਉਂਦਾ ਹੈ। ਮਰੇ ਮਿਲਤ ਈਸ਼ਵਰ ਕੋ ਤਨ ਤੇ ਮੈਂ। ਜਦੋਂ ਕੋਈ ਮਰਦਾ ਹੈ ਤੇ ਉਹ ਜਾ ਕਰਕੇ ਪਰਮੇਸ਼ਰ ਨੂੰ ਮਿਲਦਾ ਹੈ। ਜਨਮੈ ਬੇਜਕ ਪਾਵਨ ਤੁਖ ਕੋ। ਤੇ ਜਦੋਂ ਜਨਮ ਹੁੰਦਾ ਹੈ ਪਰਮੇਸ਼ਰ ਤੋਂ ਵਿਛੜਦਾ ਹੈ ਤੇ ਸੰਸਾਰ ਵਿੱਚ ਆ ਕਰਕੇ ਸੰਸਾਰ ਦੇ ਲੋਕਾਂ ਤੋਂ ਭਾਰੀ ਦੁੱਖ ਪਾਉਂਦਾ ਹੈ। ਮਰੇ ਮਿਲੈ ਈਸ਼ਵਰ ਲਹਿ ਸੁਖ ਕੋ। ਤੇ ਜਦੋਂ ਮਰਦਾ ਹੈ ਜਾ ਕਰਕੇ ਪਰਮੇਸ਼ਰ ਨੂੰ ਮਿਲਦਾ ਹੈ, ਸੁਖ ਪਾਉਂਦਾ ਹੈ। ਗੁਰੂ ਮੈਂ ਵਸੈ ਇਹੀ ਗਤ ਜਾਣੈ। ਬਸ ਇਹੀ ਸਾਡੇ ਰੋਣ ਔਰ ਹੱਸਣ ਦਾ ਕਾਰਨ ਹੈ ਜੀ। ਸੁਣ ਸ੍ਰੀ ਨਾਨਕ ਬੈਨ ਬਖਾਨੈ। ਤੇ ਸੁਣ ਕਰਕੇ ਗੁਰੂ ਨਾਨਕ ਦੇਵ ਜੀ ਉਹਨਾਂ ਪੁਰਸ਼ਾਂ ਦੇ ਵਚਨ ਸਤਿਗੁਰੂ ਜੀ ਬੋਲੇ ਨੇ। ਜੋਗਰਾ ਪਰਮੇਸ਼ਰ ਕੋ ਮਿਲਣ ਜੋ। ਮਹਾਰਾਜ ਕਹਿੰਦੇ ਜੋ ਪਰਮੇਸ਼ਰ ਨੂੰ ਮਿਲਣਾ ਹੈ ਮਹਾ ਵੇਖਮ ਪਹਿਚਾਨ। ਇਹ ਤਾਂ ਭਾਈ ਬੜਾ ਔਖਾ ਕੰਮ, ਬੜਾ ਕਠਿਨ ਰਸਤਾ ਹੈ। ਬਿਨ ਸਿਧ ਸੰਗਤ ਭਗਤ ਤੇ। ਬਿਨਾਂ ਸਤ ਸੰਗਤ ਕੀਤੀ ਤੋਂ ਤੇ ਬਿਨਾਂ ਪਰਮੇਸ਼ਰ ਦੀ ਭਗਤੀ ਕੀਤੀ ਤੋਂ ਜਾਨ ਉਪਾਵਨ ਆਨ। ਤੇ ਸੰਸਾਰ ਦੇ ਵਿੱਚ ਹੋਰ ਕੋਈ ਵੀ ਰਸਤਾ ਨਹੀਂ ਹੈ। ਚੌਪਈ ਪ੍ਰੇਮ ਭਗਤ ਕਰ ਕੀਰਤ ਗਾਵਨ। ਇਸ ਪ੍ਰਕਾਰ ਜਿਹੜੇ ਲੋਕ ਪ੍ਰੇਮਾ ਭਗਤੀ ਵਿੱਚ ਆ ਕਰਕੇ ਪਰਮੇਸ਼ਰ ਦੇ ਗੀਤ ਗਾਉਂਦੇ ਨੇ ਅਜਬਾ ਜਾਪ ਨਾਮ ਦਿਵ ਲਾਵਨ। ਤੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਲਿਵ ਲਾ ਕਰਕੇ। ਵਿਛੜਨ ਮਿਲਨ ਅਪਰ ਕੋ ਨਾਹੀ। ਉਹਨਾਂ ਦਾ ਮਿਲਣਾ ਔਰ ਵਿਛੜਨਾ ਨਹੀਂ ਹੁੰਦਾ। ਉਹ ਮਾਤ ਲੋਕ ਤੇ ਆ ਕੇ ਵੀ ਪਰਮੇਸ਼ਰ ਵਿੱਚ ਲੀਨ ਰਹਿੰਦੇ ਨੇ, ਉਹ ਕਦੇ ਵੀ ਮਿਲਦੇ ਵਿਛੜਦੇ ਨਹੀਂ ਹਨ। ਸਰਬ ਬਾਤ ਇਸ ਤਨ ਕੇ ਮਾਹੀ। ਇਹ ਜਿਹੜਾ ਮਿਲਣਾ ਵਿਛੜਨਾ ਹੈ ਇਹ ਸਾਰੀ ਕਹਾਣੀ ਇਸ ਸਰੀਰ ਦੀ ਹੈ ਜੋ ਪੰਜ ਭੂਤਕ ਸਰੀਰ ਹੈ। ਜਬ ਸੁਖ ਸੰਗਤ ਭਇਓ ਨਿਵਾਸਾ। ਤੇ ਜਦੋਂ ਮਨੁੱਖ ਸਤ ਸੰਗਤ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ, ਸਤ ਸੰਗਤ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ। ਮਨ ਰੋਗਨ ਕੀਨੋ ਅਭਿਆਸਾ। ਇਸ ਪ੍ਰਕਾਰ ਮਨ ਰੋਗਣ ਕੀਨੋ ਅਭਿਆਸ ਤੇ ਮਨ ਲਾ ਕਰਕੇ ਪਰਮੇਸ਼ਰ ਦੀ ਭਗਤੀ ਦਾ ਨਾਮ ਦਾ ਅਭਿਆਸ ਕਰਦਾ ਹੈ। ਨਾਮ ਵਾਸਨਾ ਤਬ ਹੀ ਭਈ। ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਜਪ ਕਰਕੇ ਜਿਹੜੀ ਵਿਸ਼ੇ ਵਿਕਾਰ ਵਾਸਨਾ ਹੈ ਸਾਰੀ ਨਾਸ਼ ਹੁੰਦੀ ਹੈ। ਮੈਂ ਸਾਰਕ ਉਰਤੇ ਮਿਟ ਗਈ। ਤੇ ਜਿਹੜੀ ਦਵੈਤ ਭਾਵਨਾ ਹੈ, ਈਰਖਾ ਹੈ, ਉਹ ਹਿਰਦੇ ਚੋਂ ਮਿਟ ਜਾਂਦੀ ਹੈ। ਪੂਰਨ ਲੱਗਿਓ ਪਰਮਾਤਮ ਸਾਰੇ। ਤੇ ਫਿਰ ਉਸ ਨੂੰ ਸਾਰਿਆਂ ਦੇ ਵਿੱਚ ਹੀ ਦੋਸਤਾਂ ਦੁਸ਼ਮਣਾਂ ਵਿੱਚ ਪਰਮੇਸ਼ਰ ਨਜ਼ਰ ਆਉਂਦਾ ਹੈ। ਮਿਥਿਆ ਸਾਰਕ ਪਰਪੰਚ ਪਸਾਰੇ। ਇਸ ਪ੍ਰਕਾਰ ਜਿਹੜਾ ਇਹ ਸੰਸਾਰ ਦਾ ਪਸਾਰਾ ਹੈ ਨਾ, ਉਹਨੂੰ ਸਾਰਾ ਹੀ ਝੂਠ ਜਾਪਦਾ ਹੈ ਜੀ। ਜਬੈ ਆਤਮਾ ਆਸ ਭ੍ਰਮ ਪੰਨਾ। ਜਦੋਂ ਆਤਮਾ ਨੇ ਐਸਾ ਜਿਹੜਾ ਭਰਮ ਹੈ ਸਰੀਰ ਦਾ ਭੰਨ ਦੇਵੇ ਪਰਮਾਤਮਾ ਸੋਧ ਚਤਨਾ। ਤੇ ਫਿਰ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ, ਜਿਹੜਾ ਮਨ ਉਹ ਚਤਨ ਹੋ ਜਾਂਦਾ ਹੈ। ਜਬ ਅਨਾਤਮਾ ਦੇਹ ਪਛਾਨੀ। ਇਸ ਪ੍ਰਕਾਰ ਜਦੋਂ ਇਸ ਆਤਮਾ ਨੇ ਇਹ ਸਰੀਰ ਨੂੰ ਝੂਠਾ ਜਾਣਿਆ ਅਗੇ ਸੰਕਲਪ ਵਿਕਲਪ ਵਿਹਾਨੀ। ਤੇ ਫਿਰ ਜਿਹੜੇ ਮਨ ਦੇ ਸਾਰੇ ਸੰਕਲਪ ਫੁਰਨੇ ਹਨ ਨਾ, ਜੋ ਇਸ਼ਾਵਾਂ ਹਨ, ਕਾਮਨਾਵਾਂ ਹਨ, ਸਾਰੀਆਂ ਮੁੱਕ ਜਾਂਦੀਆਂ ਨੇ। ਕੋ ਮਿਲਬੋ ਈਸ਼ਵਰ ਕੋ ਹੋਏ। ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਣਾ ਹੁੰਦਾ ਹੈ। ਨਾਤਰ ਵਿਚਰ ਰਹਿਓ ਸਭ ਕੋਏ। ਨਹੀਂ ਤਾਂ ਭਾਈ ਸੰਸਾਰ ਦੇ ਸਾਰੇ ਲੋਕ ਹੀ ਵਿਛੜੇ ਰਹਿੰਦੇ ਨੇ। ਗਿਆਨ ਪ੍ਰਾਪਤ ਜਿਨ ਮਨ ਮਾਹੀ। ਤੇ ਜਿਨ੍ਹਾਂ ਦੇ ਮਨਾਂ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਗਿਆਨ ਹੈ, ਵਿਛੜਨ ਮਿਲਨ ਸੋ ਜਾਣਤ ਨਾਹੀ। ਉਹਨਾਂ ਨੂੰ ਭਾਈ ਮਿਲਣਾ ਔਰ ਵਿਛੜਨਾ ਬਣਦਾ ਨਹੀਂ। ਪਰਮਾਤਮਾ ਪੂਰਨ ਹੈ ਸਾਰੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਤਾਂ ਸੰਗਤ ਜੀ ਕਣ ਕਣ ਵਿੱਚ ਵਸਿਆ ਹੈ। ਵਿਛੜੈ ਤੋ ਕਤ ਨਾਹੇ ਨਿਰਾਰੇ। ਇਸ ਪ੍ਰਕਾਰ ਜੇਕਰ ਉਹ ਪਰਮੇਸ਼ਰ ਨਾ ਹੋਵੇ ਫਿਰ ਹੀ ਉਹਦੇ ਤੋਂ ਵਿਛੜਨਾ ਬਣਦਾ ਹੈ। ਜੇ ਵਿਛੜੇ ਤੋ ਮਿਲਣਾ ਹੋਏ।
ਜੇਕਰ ਕੋਈ ਵਿਛੜੇਗਾ ਫਿਰ ਹੀ ਉਹ ਮਿਲਣ ਦੀ ਆਸ ਰੱਖੇਗਾ। ਨਾਮ ਮਿਥਿਆ ਕਹਿੰਦੇ ਦੋਈ। ਇਸ ਪ੍ਰਕਾਰ ਜਿਹੜਾ ਮਿਲਣਾ ਵਿਛੜਨਾ ਹੈ ਨਾ, ਇਹ ਤਾਂ ਦੋਵੇਂ ਹੀ ਗੱਲਾਂ ਕਵੀ ਜੀ ਕਹਿੰਦੇ ਝੂਠ ਨੇ, ਸਤਿਗੁਰੂ ਜੀ ਕਹਿੰਦੇ ਝੂਠ ਨੇ। ਜਿਹੜਾ ਪਰਮੇਸ਼ਰ ਹੈ ਉਹ ਤਾਂ ਮਨੁੱਖ ਦੇ ਹਿਰਦੇ ਅੰਦਰ, ਸਰੀਰ ਅੰਦਰ ਆਤਮਾ ਰੂਪੀ ਵਸਿਆ ਹੋਇਆ ਹੈ। ਬਸ ਮਨੁੱਖ ਅਗਿਆਨ ਹੈ, ਉਸ ਨੂੰ ਉਹਦੇ ਬਾਰੇ ਖਿਆਲ ਨਹੀਂ ਹੈ। ਵਿਆਪਕ ਦੀਸ ਹੈ ਕਿਉ ਆਕਾਸ਼ਾ। ਜਿਵੇਂ ਇੱਕ ਘੜੇ ਦੇ ਵਿੱਚ ਆਪਾਂ ਵੇਖ ਲਈਏ ਨਾ, ਘੜੇ ਨੂੰ ਪਾਣੀ ਦਾ ਭਰ ਦਈਏ ਤੇ ਉਹਦੇ ਅੰਦਰ ਨਿਗਾਹ ਮਾਰੀਏ ਤੇ ਅਸਮਾਨ ਨਜ਼ਰ ਆਉਂਦਾ ਹੈ। ਕਾਕ ਉਪਾਦ ਬਤ ਮਾਇਆ ਭਾਸਾ। ਇਸ ਪ੍ਰਕਾਰ ਉਹ ਵੀ ਇੱਕ ਆਕਾਸ਼ ਹੀ ਨਜ਼ਰ ਆਉਂਦਾ ਹੈ। ਪਰ ਜਿਹੜਾ ਉੱਪਰਲਾ ਆਕਾਸ਼ ਉਹ ਸੱਚ ਹੁੰਦਾ ਹੈ, ਜੋ ਘੜੇ ਵਿੱਚ ਦਿਸਦਾ ਉਹ ਝੂਠ ਹੁੰਦਾ ਹੈ। ਜੋਬਰਾ ਘਟ ਟੁੱਟੈ ਆਕਾਸ਼ ਸਭ। ਪਰ ਜਦੋਂ ਉਹ ਪਾਣੀ ਦਾ ਭਰਿਆ ਘੜਾ ਟੁੱਟਦਾ ਹੈ ਕਿਉ ਮਾਇਆ ਮਹਿਮਾਨ। ਤੇ ਜਿਹੜਾ ਅੱਖਾਂ ਦਾ ਦੋਸ਼ ਹੈ, ਅੱਖਾਂ ਦਾ ਭੁਲੇਖਾ ਹੈ, ਇਹ ਸਾਰਾ ਦੂਰ ਹੁੰਦਾ ਹੈ। ਰੂਬਨ ਹਸਨ ਤੁਮਾਰ ਜੋ। ਤੇ ਸਤਿਗੁਰੂ ਜੀ ਕਹਿੰਦੇ ਹੈ, ਨਗਰ ਦੇ ਲੋਕੋ ਜਿਹੜਾ ਤੁਹਾਡਾ ਰੌਣ ਔਰ ਹੱਸਣ ਦਾ ਕਾਰਨ ਹੈ, ਸਰਬ ਅਕਾਰਥ ਜਾਨ। ਇਹ ਸਾਰਾ ਹੀ ਭਾਈ ਝੂਠਾ ਹੈ। ਚੌਪਈ ਹੈ ਅਧੀਨ ਵਾਸਨਾ ਨਾ ਸਭ। ਜਿਹੜੇ ਮਾਤ ਲੋਕ ਦੇ ਜੀਵ ਹਨ, ਇਹ ਸਾਰੇ ਹੀ ਵਿਕਾਰਾਂ ਵਾਸਨਾ ਦੇ ਅਧੀਨ ਹਨ। ਜਾਂਦੇ ਜਨਮ ਧਰਤ ਪੁਨ ਪੁਨ ਤਬ। ਇਸ ਲਈ ਇਹ ਵਾਰ-ਵਾਰ ਜੰਮਦੇ ਨੇ ਔਰ ਵਾਰ-ਵਾਰ ਮਰਦੇ ਨੇ। ਜਨਮ ਮਰਨ ਬਹੁਤ ਦੁਖ ਪਾਵੇ। ਤੇ ਵਾਰ-ਵਾਰ ਜੰਮਣਾ, ਵਾਰ-ਵਾਰ ਮਰਨਾ, ਇਹ ਬੜਾ ਭਾਰੀ ਦੁੱਖ ਹੈ। ਬਾਰ ਬਾਰ ਆਵੇ ਜਗ ਜਾਵੇ। ਤੇ ਵਾਰ-ਵਾਰ ਸੰਸਾਰ ਤੇ ਪੀੜਾ ਚੱਲ ਕੇ ਮਾਂ ਦੇ ਪੇਟ ਅੰਦਰ ਪੁੱਠਾ 9 ਮਹੀਨੇ ਲਟਕ ਕਰਕੇ ਆਉਣਾ ਔਰ ਸੰਸਾਰ ਤੋਂ ਦੁੱਖਾਂ, ਤਕਲੀਫਾਂ, ਰੋਗਾਂ ਦੇ ਸਹਿਤ ਜਾਣਾ, ਇਹ ਬੜਾ ਕਠਿਨ ਹੈ। ਗੁਰਮੁਖੀ ਬਾਤ ਸੁਨੇ ਅਜਬ ਜੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਨਗਰ ਦੇ ਲੋਕਾਂ ਨੇ ਵਚਨ ਸੁਣੇ ਨੇ ਹਿਰਦੇ ਵਿਚਾਰ ਕੀਓ ਨਰ ਸਭੀ। ਤੇ ਆਪਣੇ ਹਿਰਦੇ ਅੰਦਰ ਉਹ ਲੋਕ ਵਿਚਾਰਦੇ ਨੇ। ਸਤ ਵਚਨ ਇਨ ਸੰਤ ਬਖਾਨੇ। ਕਿ ਇਸ ਸੰਤ ਮਹਾਂਪੁਰਖ ਨੇ ਗੱਲਾਂ ਤਾਂ ਸੱਚੀਆਂ ਕੀਤੀਆਂ ਨੇ। ਮਤ ਹਮਾਰ ਮਿਥਿਆ ਪਹਿਚਾਨੇ। ਇਹ ਜਿਹੜੀ ਸਾਡੀ ਮੱਤ ਹੈ ਹੁਣ ਤੱਕ ਝੂਠ ਹੀ ਜਾਣਦੀ ਰਹੀ ਕਿ ਮਨੁੱਖ ਪਰਮੇਸ਼ਰ ਤੋਂ ਵਿਛੜ ਕੇ ਆਉਂਦਾ ਹੈ ਤੇ ਮਰ ਕੇ ਪਰਮੇਸ਼ਰ ਨਾਲ ਮਿਲਦਾ ਹੈ। ਦਰਅਸਲ ਜਿਹੜਾ ਪਰਮੇਸ਼ਰ ਹੈ ਉਹ ਤਾਂ ਹਮੇਸ਼ਾ ਹੀ ਇਸ ਦੇਹੀ ਅੰਦਰ ਵਿਰਾਜਿਆ ਹੁੰਦਾ ਹੈ ਤੇ ਜੋ ਸਰੀਰ ਦੇ ਅੰਦਰ ਹੋਵੇ ਉਹ ਤੋਂ ਮਿਲਣਾ ਵਿਛੜਨਾ ਬਣਦਾ ਨਹੀਂ। ਮਿਲਿਆ ਵਿਛੜਿਆ ਤਾਂ ਉਸ ਤੋਂ ਜਾਂਦਾ ਹੈ। ਜੋ ਚੀਜ਼ ਆਪਣੇ ਤੋਂ ਦੂਰ ਹੋਵੇ ਉਹਦਾ ਦੂਜਾ ਰੂਪ ਹੋਵੇ ਜੀ। ਬਿਨ ਸੰਦੇਹ ਭਾਏ ਜਬ ਸੁਨ ਇਸ ਕੈ। ਪ੍ਰਕਾਰ ਜਿਹੜੇ ਸੰਕੇ ਸਨ, ਸ਼ੰਕੇ ਸਨ, ਉਹਨਾਂ ਦੇ ਮਨਾਂ ਦੇ ਸਾਰੇ ਦੂਰ ਹੋਏ ਨੇ। ਮੰਦਰ ਕਾਤ ਭਾਈ ਗੁਰ ਗੁਣ ਇਸ ਕੈ। ਪ੍ਰਕਾਰ ਸਾਰੇ ਨਗਰ ਦੇ ਲੋਕ ਸਤਿਗੁਰਾਂ ਦੇ ਚਰਨਾਂ ਤੇ ਝੁਕੇ ਨਮਸਕਾਰ ਕੀਤੀ ਹੈ। ਤੇਰੇ ਗੱਤ ਤੇ ਬਾਰੰਬਾਰੀ। ਬਾਰ-ਬਾਰ ਸਤਿਗੁਰਾਂ ਦੇ ਚਰਨਾਂ ਤੇ ਬੇਨਤੀਆਂ ਕਰਦੇ ਨੇ। ਆਪਣੀ ਗਤ ਕੀਜੈ ਗਤਕਾਰੀ। ਇਹ ਮੁਕਤੀ ਦਾਤੇ ਸਾਨੂੰ ਵੀ ਮੁਕਤੀ ਬਖਸ਼ੋ ਜੀ। ਨਿਜ ਉਪਦੇਸ਼ ਕੀਜੇ ਹਮਕੋ। ਸਾਨੂੰ ਵੀ ਸਿੱਖੀ ਗੁਰਸਿੱਖੀ ਦਾ ਉਪਦੇਸ਼ ਦੇਵੋ ਜੀ। ਸਾਰਨ ਬਰੇਗੀ ਲੱਜਿਆ ਤੁਮਕੋ। ਤੇ ਜਿਹੜੇ ਲੋਕ ਸਰੰਡਰ ਕਰ ਦਿੰਦੇ ਨੇ ਨਾ, ਜਿਹੜੇ ਲੋਕ ਇਹ ਗੱਲ ਕਹਿ ਦਿੰਦੇ ਨੇ, ਸਗਲ ਦੁਆਰ ਕਾ ਛਾੜ ਕਾ ਗਹਿਓ ਤੁਹਾਰੋ ਦੁਆਰ, ਬਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜੇ ਲੋਕ ਸਾਰੇ ਦਰਾਂ ਦਰਵਾਜ਼ਿਆਂ ਨੂੰ ਛੱਡ ਕਰਕੇ ਇੱਕੋ ਤੇਰੇ ਮੂਹਰੇ ਆ ਕੇ ਹੱਥ ਜੋੜ ਕੇ ਗੋਡੇ ਟੇਕ ਦਿੰਦੇ ਨੇ, ਝੁਕ ਦਿੰਦੇ ਨੇ, ਤੇ ਫਿਰ ਉਹਨਾਂ ਦੁੱਖਾਂ ਤਕਲੀਫਾਂ ਦੀ, ਉਹਨਾਂ ਦੀ ਜੀਵਨ ਅੰਦਰ ਜੋ ਵੀ ਉਹਨਾਂ ਨੂੰ ਮਿਲਣਾ ਵਿਛੜਨਾ ਹੈ, ਇਹ ਸਾਰੀ ਜ਼ਿੰਮੇਵਾਰੀ ਇਹ ਗੁਰੂ ਨਾਨਕ ਤੇਰੀ ਬਣ ਜਾਂਦੀ ਹੈ। ਸੋਨ ਅਧੀਨਤਾ ਤਿਨ ਜਗ ਤੇਸਾ। ਜਦੋਂ ਉਹਨਾਂ ਦੇ ਐਸੇ ਅਧੀਨਤਾ ਨਿਮਰਤਾ ਵਾਲੇ ਵਚਨ ਜਗਤ ਸੁਆਮੀ ਗੁਰੂ ਨਾਨਕ ਦੇਵ ਜੀਆਂ ਨੇ ਸੁਣੇ ਨੇ ਤੇਜ ਪਾਈ ਆਪਨ ਉਪਦੇਸਾ। ਤੇ ਫਿਰ ਸਤਿਗੁਰਾਂ ਨੇ ਗੁਰਸਿੱਖੀ ਦੇ ਵਚਨ ਅਲਾਏ ਨੇ ਸੰਤ ਨਾਮ ਸਿਮਰਹੁ ਲਿਵ ਲਾਵਹੁ। ਕਿ ਭਾਈ ਹਮੇਸ਼ਾ ਹੀ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ ਜੀ। ਜਿਹਦੇ ਸਤੀ ਐਚ ਪਜਾਵਹੁ। ਤੇ ਸਤਿਨਾਮ ਵਾਹਿਗੁਰੂ
ਐਸੀ ਸਮਰੱਥ ਸ਼ਕਤੀ ਹੈ ਜੋ ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰਨ ਕਰਨਗੀ। ਤਾਂ ਹੀ ਪੰਜ ਪਿਆਰੇ ਵਚਨ ਕਰਦੇ ਨੇ ਕਿ ਅੰਮ੍ਰਿਤ ਵੇਲੇ ਪੰਜ ਗੁਰਬਾਣੀਆਂ, ਸੰਧਿਆ ਵੇਲੇ ਰਹਿ ਰਾਸ, ਰਾਤ ਨੂੰ ਕੀਰਤਨ ਸੋਹਿਲਾ। ਤੇ ਜਿਹੜੇ ਅਣਬਣ ਲੋਕ ਨੇ ਸਵਾ ਘੰਟਾ ਅੰਮ੍ਰਿਤ ਵੇਲੇ, ਸਵਾ ਘੰਟਾ ਸ਼ਾਮ ਨੂੰ, ਦਿਨ ਦੇ 2.5 ਘੰਟੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਤੇ ਉਹਨਾਂ ਦੀ ਮੁਕਤੀ ਹੋਵੇਗੀ। ਨਿਤਨੇਮ ਜਿੰਨਾ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ ਜੀ। ਹੁਕਮ ਸਤ ਮਨ ਕੋ ਕਰਤਾਰਾ। ਜਿਹੜਾ ਪਰਮੇਸ਼ਰ ਦਾ ਹੁਕਮ ਹੈ ਨਾ, ਉਸ ਨੂੰ ਸੱਚ ਕਰਕੇ ਮੰਨੋ, ਉਸ ਦੇ ਹੁਕਮ ਨੂੰ ਆਪਣਾ ਭਾਣਾ ਮਿੱਠਾ ਕਰਕੇ ਮੰਨੋ ਜੀ। ਮਰਨ ਜੀਵਨ ਜਨ ਹੋ ਇਕਸਾਰਾ। ਤੇ ਜਿਹੜਾ ਮਰਨਾ ਔਰ ਜਿਉਣਾ ਹੈ, ਇਸ ਨੂੰ ਇਕਸਾਰ ਜਾਣੋ। ਹਰ ਸੋਚ ਤੇ ਮਨ ਫਿਰ ਕੀਜੈ। ਤੇ ਇਸ ਪ੍ਰਕਾਰ ਕਿਸੇ ਦੇ ਜੰਮੇ ਤੋਂ ਐਸੀ ਖੁਸ਼ੀ ਨਾ ਮਨਾਓ ਕਿ ਹੰਕਾਰੀ ਹੋ ਜਾਵੇ, ਤੇ ਕਿਸੇ ਦੇ ਮਰੇ ਤੋਂ ਐਸਾ ਟੁੱਟ ਨਾ ਜਾਵੋ ਕਿ ਤੁਹਾਨੂੰ ਆਪਣਾ ਆਪਾ ਭੁੱਲ ਜਾਵੇ। ਇਸ ਪ੍ਰਕਾਰ ਦੋਨਾਂ ਸਮਿਆਂ ਦੇ ਵਿੱਚ ਹੀ ਪਰਮੇਸ਼ਰ ਸਿਮਰਨਾ ਚਾਹੀਦਾ। ਪੁੱਤਰ ਦੀ ਦਾਤ ਪ੍ਰਾਪਤ ਹੋਈ ਤੇ ਸ਼ੁਕਰਾਨਾ ਕਰੋ, ਤੇ ਜੇਕਰ ਪੁੱਤਰ ਦਾ ਵਿਛੋੜਾ ਪਿਆ ਹੈ ਤੇ ਭਾਣਾ ਮੰਨੋ ਜੀ। ਬਿਨ ਸੰਸਿਆ ਕੋ ਮੁਕਤ ਕੀਜੈ। ਤੇ ਜੇਕਰ ਐਸੀ ਮਰਿਆਦਾ ਜੀਵਨ ਅੰਦਰ ਅਪਣਾਓਗੇ ਤੇ ਸਤਿਗੁਰੂ ਜੀ ਕਹਿੰਦੇ ਬਿਨਾਂ ਸ਼ੰਕੇ ਤੋਂ ਮੁਕਤ ਹੋਵੋਗੇ। ਆਸ ਉਪਦੇਸ਼ ਸੁਣਿਓ ਸਿੱਖ ਭਾਏ। ਜਦੋਂ ਐਸਾ ਉਪਦੇਸ਼ ਸਤਿਗੁਰਾਂ ਦਾ ਸੁਣਿਆ ਹੈ ਤੇ ਸਾਰਾ ਹੀ ਨਗਰ ਆਪਣੇ ਕਰਮ ਕਾਂਡਾਂ ਪਖੰਡਾਂ ਨੂੰ ਛੱਡ ਕਰਕੇ ਸਿੱਖੀ ਵਿੱਚ ਦ੍ਰਿੜ ਹੋਇਆ ਹੈ, ਸਿੱਖੀ ਅਪਣਾਈ ਹੈ। ਸ੍ਰੀ ਨਾਨਕ ਮਹਿ ਨਿਸ਼ਚਾ ਕਰੇ। ਤੇ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਅੰਦਰ ਵਿਸ਼ਵਾਸ ਨਿਸ਼ਚਾ ਪਰਪੱਕ ਕੀਤਾ ਹੈ। ਸਤ ਸੰਗਤ ਹੋਵਨ ਤਹਿ ਲਾਗੀ। ਇਸ ਪ੍ਰਕਾਰ ਉਸ ਨਗਰ ਵਿੱਚ ਐਸੀ ਫਿਰ ਸਤ ਸੰਗਤ ਪਰਮੇਸ਼ਰ ਦੇ ਨਾਮ ਦੀ ਕਥਾ ਕੀਰਤਨ ਦੀ ਹੋਣ ਲੱਗੀ ਹੈ। ਹਰ ਕੀਰਤ ਗਾਵਹਿ ਬੜ ਭਾਗੀ। ਤੇ ਸਾਰੇ ਹੀ ਨਗਰ ਦੇ ਲੋਕ ਬੜਿਆਂ ਵੱਡਿਆਂ ਭਾਗਾਂ ਵਾਲੇ ਬਣੇ ਨੇ ਜੋ ਸਤ ਸੰਗਤ ਕਰਦੇ ਨੇ। ਸੇਵਾ ਸੰਤਨ ਕੀ ਸਭ ਕਰਹੀ। ਹਮੇਸ਼ਾ ਹੀ ਸੰਤਾਂ ਦੀ ਸੇਵਾ ਅੰਦਰ ਆਪਣਾ ਮਨ ਲਾ ਕੇ ਰੱਖਦੇ ਨੇ ਜੀ। ਧੰਨ ਸਬਦਾ ਹਰ ਨਾਮ ਸਿਮਰਹੀ। ਇਸ ਪ੍ਰਕਾਰ ਪੂਰਨ ਸ਼ਰਧਾ ਪਰਮੇਸ਼ਰ ਵਿੱਚ ਰੱਖ ਕਰਕੇ ਨਾਮ ਜਪਦੇ ਨੇ। ਰੂਪਰਾ ਕਿਤਕ ਦਿਵਸ ਸ੍ਰੀ ਗੁਰ ਰਹੇ। ਇਸ ਪ੍ਰਕਾਰ ਸਤਿਗੁਰਾਂ ਨੇ ਸਿੱਖੀ ਦਾ ਉਪਦੇਸ਼ ਦਿੱਤਾ ਹੈ ਤੇ ਕੁਝ ਦਿਨ ਮਹਾਰਾਜ ਉਸ ਨਗਰ ਵਿੱਚ ਬਿਰਾਜੇ ਨੇ। ਦੀਨੋ ਧਰਮ ਦ੍ਰਿੜਾਏ। ਤੇ ਮਹਾਰਾਜੀਆਂ ਨੇ ਸਿੱਖੀ ਦਾ ਧਰਮ ਸਾਰਿਆਂ ਨੂੰ ਦ੍ਰਿੜ ਕਰਵਾਇਆ ਹੈ। ਕਰ ਸੰਤੋਖ ਸਿੰਘ ਬੰਦਨਾ। ਤੇ ਕਵੀ ਸੰਤੋਖ ਸਿੰਘ ਜੀ ਐਸੇ ਸਤਿਗੁਰਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਨੇ। ਪੂਰਨ ਹੋਇਓ ਧਾਏ। ਤੇ ਸੰਗਤਾਂ ਵਿੱਚ ਬੇਨਤੀ ਕਰਦੇ ਨੇ ਕਵੀ ਜੀ ਕਿ ਐਸਾ ਜਿਹੜਾ 9 ਖੰਡਾਂ ਦਾ ਅਧਿਆਇ ਸੀ ਸੰਗਤ ਜੀ ਉਹ ਸੰਪੂਰਨ ਹੋਇਆ। ਇਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਕਾ ਸ਼ਬਦ, ਗੁਰੂ ਕਾ ਇਤਿਹਾਸ ਜਾਣ ਕੇ ਆਪਣਿਆਂ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਲੋਕ ਅਤੇ ਪਰਲੋਕ ਸਵਰ ਸਕੇ। ਜਿੰਨੀਆਂ ਵੀ ਸੰਗਤਾਂ ਸੰਗਰਾਂਦ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹਨ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਪਾਵਨ ਅਸਥਾਨ ਗੁਰਦੁਆਰਾ ਜੰਡ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀਆਂ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਘਰ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ ਜਿਉ ਆਇਆ ਆਖਿਆ ਜਾਂਦਾ ਹੈ, ਧੰਨਵਾਦ ਕੀਤਾ ਜਾਂਦਾ ਹੈ। ਤੇ ਜੋ ਹਰ ਮਹੀਨੇ 12 ਮਹੀਨੇ ਦਾ ਉਪਦੇਸ਼ ਸਤਿਗੁਰੂ ਜੀ ਸਾਨੂੰ ਬਖਸ਼ਦੇ ਨੇ, ਉਹ ਜਦੋਂ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ ਤਕਰੀਬਨ 10 ਵਜੇ ਉਹ 12 ਗੁਰਬਾਣੀ ਦੀ ਕਥਾ ਵਿਚਾਰਾਂਗੇ ਸੰਗਤ ਜੀ। ਉਦੋਂ ਵੀ ਹਾਜ਼ਰੀਆਂ ਭਗਤ ਦੀ ਕਿਰਪਾਲਤਾ ਕਰਨਾ, ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਨਾ ਜੀ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਭਜੀਆਂ ਗਾਈਆਂ। ਰਾਗ ਰਤਨ ਪਰਿਵਾਰ ਭਰਿਆ ਸ਼ਬਦ ਗਾਵਣ ਆਇਆ, ਸ਼ਬਦੋ ਤਾਂ ਗਾਵਹੁ ਹਰਿ ਕੇਰਾ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ
ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਕੱਲਾ ਸਮਰਾਟ ਸੁਆਮੀ ਸੋ ਕਿਆ ਮਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਡੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਈ ਸਦਾ ਸਿਫਤ ਸਲਾਹ ਤੇਰੀ ਤੇਰੀ ਨਾਮ ਮਨ ਵਸਾਵਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟਾਓ ਜਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੁਨੋ ਸਤਿ ਸਤ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਖਾ ਕੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਤੈ ਸੁਖ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਾਓ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਆਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਤਾਵੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਰੇ ਭਰੇ ਸਾਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਤੇ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨੰਤ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੰਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਖ ਸਰਾਤ ਤੋਏ ਤਾਈ ਤਾਇਆ ਖੇਦਾ ਸਗਲ ਜਗਤ ਆਇਆ ਗੁਰਿਆਇਆ ਵਸੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ